ਸੁਖਪਾਲ ਸਿੰਘ ਖਹਿਰਾ ਸਾਹਿਬ ਕੀ ਕਹਿੰਦੀ ਹੈ 78 ਦਿਨਾਂ ਦੀ ਜੇਲ੍ਹ ਡਾਇਰੀ, ਚੋਣਾਂ 'ਚ ਕਿਤੇ ਪਿਛੜ ਤੇ ਨਹੀਂ ਗਏ? ਕਿ ਲੋਕ ਜਿਹੜੇ ਨੇ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਔਰ ਮੈਂ ਇਹ ਸਮਝਦਾ ਕਿ ਮੈਂ ਜੇਲ੍ਹ 'ਚੋਂ ਮਜ਼ਬੂਤ ਹੋ ਕੇ ਨਿਕਲਾਂ, ਕਮਜ਼ੋਰ ਹੋ ਕੇ ਨਹੀਂ। ਸੁਖਪਾਲ ਖਹਿਰਾ ਕਾਂਗਰਸ ਦੇ ਐਮਐਲਏ ਵੀ ਨਹੀਂ, ਪਾਰਟੀ ਜੁਆਇਨ ਕੀਤੀ, ਫਿਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਟਾਰਗੇਟ ਕਿਉਂ ਕਰਨਾ ਚਾਹੇਗੀ ਸੁਖਪਾਲ ਖਹਿਰਾ ਨੂੰ? ਬੀਜੇਪੀ ਨੇ ਮੈਨੂੰ ਟਾਰਗੇਟ ਇਸ ਲਈ ਨਹੀਂ ਕੀਤਾ ਕਿ ਮੈਂ ਕਾਂਗਰਸ ਜੁਆਇਨ ਕੀਤੀ। ਤੁਸੀਂ ਕਿਹਾ ਬੀਜੇਪੀ ਨੇ ਟਾਰਗੇਟ ਕੀਤਾ? ਬੀਜੇਪੀ ਨੇ ਟਾਰਗੇਟ ਇਸ ਲਈ ਕੀਤਾ ਵਾ ਕਿਉਂਕਿ ਮੈਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦਾ। ਪੰਜਾਬ ਦੇ ਵਿੱਚ ਹੋਰ ਵੀ ਰੇਡ ਹੋਏ, ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਵੀ ਰੇਡ ਹੋਇਆ, ਉਹ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ। ਤੁਸੀਂ ਇਹ ਵੀ ਇਸ ਨੂੰ ਮੰਨਦੇ ਹੋ ਵੀ ਇਹ ਵੀ ਚੰਨੀ ਨੂੰ ਵੀ ਟਾਰਗੇਟ ਕੀਤਾ ਗਿਆ? ਕਿ ਜਦ ਤੱਕ ਈਡੀ ਚੰਨੀ ਨੂੰ ਬੁਲਾਉਂਦੀ ਨਹੀਂ, ਉਹਨੂੰ ਕੋਈ ਨੋਟਿਸ ਨਹੀਂ ਕਰਦੀ, ਆਪਾਂ ਕਿੱਦਾਂ ਮੰਨ ਲਈਏ ਕਿ 10 ਕਰੋੜ ਰੁਪਇਆ ਉਹਦਾ ਵਾ। ਅਰਵਿੰਦ ਕੇਜਰੀਵਾਲ ਕਹਿੰਦੇ ਚਰਨਜੀਤ ਚੰਨੀ ਦੱਸੇ ਵੀ ਕਿੱਥੇ ਸਾਈਨ ਕੀਤੇ ਆ 10 ਕਰੋੜ ਰੁਪਇਆ ਰਿਸ਼ਤੇਦਾਰ ਦੇ ਖਾਤੇ 'ਚ ਪਿਆ। ਝੂਠ ਬੋਲਣ ਦਾ ਮਾਹਿਰ ਆ। ਤੁਸੀਂ ਮੈਨੂੰ ਦੱਸੋ ਕਿੱਥੇ ਕਰੂਗਾ ਸਾਈਨ ਚਰਨਜੀਤ ਚੰਨੀ, ਕਿਉਂ ਕਰੂਗਾ ਸਾਈਨ? ਪੰਜਾਬ ਦੇ ਵਿੱਚੋਂ ਇਹ ਗੱਲ ਬਹੁਤ ਚੱਲੀ ਕਿ ਕਿਸੇ ਇੱਕ ਲੀਡਰ ਨੇ ਸੁਖਪਾਲ ਖਹਿਰਾ ਦੇ ਸਮਰਥਨ 'ਚ ਇੱਕ ਸਟੇਟਮੈਂਟ ਤੱਕ ਨਹੀਂ ਦਿੱਤੀ। ਪੰਜਾਬ ਦੇ ਲੀਡਰ ਖੜੇ ਹੀ ਨਹੀਂ, ਆਪਸ 'ਚ ਹੀ ਕੁਰਸੀ ਦੀ ਖਿੱਚਤਾਨ ਕਰਦੇ ਰਹੇ। ਆਮ ਪੋਲੀਟੀਕਲ ਬੰਦੇ ਨਾ ਈਡੀ ਤੋਂ ਡਰਦੇ ਆ, ਅਗਲੇ ਕਹਿੰਦੇ ਮੈਨੂੰ ਕੀ ਲੋੜ ਹੈ ਐਵੇਂ ਆਪਣਾ ਸਿਰ ਘਸਾਉਣ ਦੀ। ਅਰਵਿੰਦ ਕੇਜਰੀਵਾਲ ਨੇ ਮੇਰੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਕੱਟੜ ਇਮਾਨਦਾਰ ਵਿਅਕਤੀ ਨੂੰ ਮੈਂ ਚੁਣਿਆ ਜਿਸ ਤੇ ਕੋਈ ਦਾਗ ਨਹੀਂ ਹੈਗਾ। ਲੀਡਰਾਂ ਦੀਆਂ ਪ੍ਰਾਪਰਟੀਆਂ ਵੱਧਦੀਆਂ, ਇਹਦੀ ਘਟਦੀ ਗਈ ਇਲੈਕਸ਼ਨ ਦਰ ਇਲੈਕਸ਼ਨ, 2 ਵਾਰੀ ਐਮਐਲਏ ਬਣ ਕੇ। ਕਾਂਗਰਸ ਦੇ ਲਈ ਸਮੱਸਿਆ ਖੜੀ ਕਰ ਸਕਦੇ ਭਗਵੰਤ ਮਾਨ? ਕਿ ਭਗਵੰਤ ਮਾਨ ਕਿੱਦਾਂ ਇਮਾਨਦਾਰ ਹੈ? ਆਪਣੀ ਮਾਤਾ ਤੇ ਸਿਰ ਤੇ ਰੱਖ ਕੇ ਹੱਥ ਕਹਿ ਸਕਦਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ, ਤੇ ਥੋੜੇ ਦਿਨਾਂ ਬਾਅਦ ਸ਼ਰਾਬ ਪੀ ਕੇ ਡਿੱਗਦਾ ਫਿਰਦਾ ਸੀ। ਕਿ ਕਾਂਗਰਸ ਨੂੰ ਸੀਐਮ ਫੇਸ ਲੈ ਕੇ ਆਉਣਾ ਚਾਹੀਦਾ ਹੈਗਾ, ਇਹਦਾ ਫਾਇਦਾ ਹੋਏਗਾ, ਨੁਕਸਾਨ ਹੋਏਗਾ, ਜਾਂ ਸੁਖਪਾਲ ਖਹਿਰਾ ਦੀ ਚੋਇਸ ਕੀ ਹੈ? ਚਲੋ ਹੁਣ ਜੇ ਸਾਰੇ ਕਹਿ ਰਹੇ ਨੇ ਕਿ ਸੀਐਮ ਫੇਸ ਹੋਣਾ ਚਾਹੀਦਾ ਤੇ ਹੋਣਾ ਚਾਹੀਦਾ। ਸੁਖਪਾਲ ਖਹਿਰਾ ਨੇ ਇੱਕ ਹੜਤਾਲ ਵੀ ਕੀਤੀ ਸੀ, ਬੜੀ ਚਰਚਾ ਹੋਈ ਕਿ ਸੁਖਪਾਲ ਖਹਿਰਾ ਸਟ੍ਰਾਈਕ ਤੇ ਬੈਠ ਗਏ ਅੰਦਰ। ਉਦੋਂ ਮੈਂ ਰਿਮਾਂਡ ਤੇ ਸੀਗਾ ਤੇ 19 ਸੈਕਟਰ ਦੇ ਪੁਲਿਸ ਸਟੇਸ਼ਨ 'ਚ ਨਾ ਇੱਕ ਕੋਈ ਸ਼ਾਮ ਨੂੰ ਸਬ ਇੰਸਪੈਕਟਰ ਆਇਆ ਤੇ ਉਹ ਮੈਨੂੰ ਕਹਿੰਦਾ ਸਰਦਾਰ ਸਾਹਿਬ ਕੜਾ ਉਤਾਰੋ। ਬੀਬੀ ਜਗੀਰ ਕੌਰ ਹੁਣਾਂ ਨੇ ਕਿਹਾ ਸੀਗਾ ਕਿ ਇਲੈਕਸ਼ਨ ਬੜਾ ਠੰਡਾ ਜਿਹਾ ਚੱਲ ਰਿਹਾ, ਕਿਉਂਕਿ ਇਹ ਸਾਰਾ ਪੰਜਾਬ ਜਾਣਦਾ ਕਿ ਬੀਬੀ ਜਗੀਰ ਕੌਰ ਜਾਂ ਸੁਖਪਾਲ ਸਿੰਘ ਖਹਿਰਾ ਜੇ ਆਮਨੇ ਸਾਹਮਣੇ ਇਲੈਕਸ਼ਨ ਲੜਦੇ ਆ, ਇਹ ਉਨੀ ਇੰਟਰਸਟਿੰਗ ਹੈ ਜਿੰਨੀ ਵਿਕਰਮ ਮਜੀਠੀਆ ਵਰਸਸ ਨਵਜੋਤ ਸਿੱਧੂ ਹੈਗੀ। ਉਮੀਦ ਸੀ ਕਿ ਖਹਿਰਾ ਸਾਹਿਬ ਵੀ ਟਿਕਟ ਮਿਲ ਜੇਗੀ, ਜੇਲ੍ਹ 'ਚ ਬੈਠਿਆ ਈਡੀ ਦੇ ਕੇਸ 'ਚ ਅੰਦਰ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮਨੀ ਲਾਂਡਰਿੰਗ ਕੇਸ ਦੇ ਵਿੱਚ 78 ਦਿਨਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਅੱਜ ਪਹਿਲੇ ਦਿਨ ਆਪਣੇ ਵਿਧਾਨ ਸਭਾ ਹਲਕਾ ਭੁਲੱਥ ਪਹੁੰਚੇ ਨੇ। ਬੜੇ ਜੋਸ਼ੋ ਖਰੋਸ਼ ਦੇ ਨਾਲ ਸੁਖਪਾਲ ਸਿੰਘ ਖਹਿਰਾ ਦਾ ਉਹਨਾਂ ਦੇ ਸਮਰਥਕਾਂ ਨੇ ਸਵਾਗਤ ਕੀਤਾ ਹੈ। ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੀ ਹੈ 78 ਦਿਨਾਂ ਦੀ ਸੁਖਪਾਲ ਖਹਿਰਾ ਦੀ ਜੇਲ੍ਹ ਡਾਇਰੀ ਤੇ ਚੋਣਾਂ ਵਿੱਚ ਕੀ ਉਹ ਪਿਛੜ ਚੁੱਕੇ ਨੇ, ਕੀ ਰਣਨੀਤੀ ਹੈ ਸੁਖਪਾਲ ਖਹਿਰਾ ਦੀ। ਅੱਜ ਵੱਡਾ ਇਕੱਠ ਉਹਨਾਂ ਦੇ ਸਮਰਥਨ ਦੇ ਵਿੱਚੋਂ ਆਇਆ ਹਲਕੇ ਦੇ ਵਿੱਚ ਪਹੁੰਚਣ ਤੇ। ਸੁਖਪਾਲ ਸਿੰਘ ਖਹਿਰਾ ਸਾਹਿਬ ਕੀ ਕਹਿੰਦੀ ਹੈ 78 ਦਿਨਾਂ ਦੀ ਜੇਲ੍ਹ ਡਾਇਰੀ, ਚੋਣਾਂ 'ਚ ਕਿਤੇ ਪਿਛੜ ਤੇ ਨਹੀਂ ਗਏ? ਅਸੀਂ ਇੱਥੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਤੁਹਾਡੇ ਤੋਂ ਪਹਿਲਾਂ ਬੀਬੀ ਜਗੀਰ ਕੌਰ ਬਹੁਤ ਦੇਰ ਦੇ ਕੈਂਪੇਨਿੰਗ ਸ਼ੁਰੂ ਕਰ ਚੁੱਕੇ ਸੀ। ਸਵਾਗਤ ਹੈ ਤੁਹਾਡਾ ਜ਼ੋਰਦਾਰ ਹੋ ਗਿਆ। ਦੇਖੋ ਇਦਾਂ ਵਾ ਪਮਿਲ ਕੇ ਮੈਂ ਨਾ ਕੈਂਪੇਨ ਮੇਰਾ ਕਨਸਟੈਂਟਲੀ 5 ਸਾਲ ਹੀ ਚੱਲਦਾ ਵਾ। ਮੈਂ ਜਦੋਂ ਕਾਂਗਰਸ ਜੁਆਇਨ ਕੀਤੀ ਜੂਨ 'ਚ, ਮੈਂ ਜੂਨ ਦਾ ਇੱਥੇ ਆਪਣੇ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਸੀਗਾ। ਤੁਸੀਂ ਬੰਦ ਦੇ ਉੱਤੇ 30 ਕਿਲੋਮੀਟਰ ਸੜਕ ਬਣ ਰਹੀ ਹੈ, 55 ਕਿਲੋਮੀਟਰ ਨਵੀਆਂ ਸੜਕਾਂ ਬਣ ਰਹੀਆਂ ਨੇ, ਬਹੁਤ ਪੈਸੇ ਦਿੱਤੇ, ਹਰ ਪਿੰਡ ਨੂੰ ਜਿਮ ਦਿੱਤਾ। ਮੈਂ ਤਾਂ ਪਿਛਲੇ 6 ਮਹੀਨਿਆਂ ਦਾ ਕੈਂਪੇਨ ਮੋਡ 'ਚ ਸੀਗਾ। 78 ਦਿਨ ਜ਼ਰੂਰ ਮਿਸ ਹੋਏ ਨੇ, ਪਰ ਜਿਹੜਾ ਲੋਕਾਂ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ ਸੀ, ਚਾਹੇ ਉਹ ਕੇਜਰੀਵਾਲ ਦਾ ਪੰਕਜ ਗੁਪਤਾ ਸੀ ਤੇ ਚਾਹੇ ਬੀਜੇਪੀ ਸੀ ਤੇ ਚਾਹੇ ਮੇਰਾ ਇਹ ਕੱਟੜ ਵਿਰੋਧੀ ਜਿਹੜਾ ਗਵਾਂਢੀ ਹਲਕੇ ਤੋਂ ਹੰਕਾਰਿਆ ਹੋਇਆ ਰਾਣਾ, ਪਰ ਇਹਨਾਂ ਨੇ ਤਾਂ ਆਪਣੇ ਵੱਲੋਂ ਸਾਜ਼ਿਸ਼ ਰਚੀ ਸੀ ਕਿ ਅਸੀਂ ਇਹਨੂੰ ਕਮਜ਼ੋਰ ਕਰਾਂਗੇ, ਅਸੀਂ ਇਹਨੂੰ ਮਾਰਜਨਲਾਈਜ਼ ਕਰ ਦਾਂਗੇ, ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰਾਂਗੇ। ਪਰ ਆ ਜਿਹੜਾ ਤੁਸੀਂ ਅੱਜ ਹਜੂਮ ਦੇਖਿਆ, ਇੱਥੋਂ ਇਹ ਪਤਾ ਲੱਗ ਗਿਆ ਵਾ ਕਿ ਲੋਕ ਜਿਹੜੇ ਨੇ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਔਰ ਮੈਂ ਇਹ ਸਮਝਦਾ ਕਿ ਮੈਂ ਜੇਲ੍ਹ 'ਚੋਂ ਮਜ਼ਬੂਤ ਹੋ ਕੇ ਨਿਕਲਿਆ, ਕਮਜ਼ੋਰ ਹੋ ਕੇ ਨਹੀਂ ਨਿਕਲਿਆ। ਤੁਸੀਂ ਜਿਨ੍ਹਾਂ ਲੀਡਰਾਂ ਦੇ ਨਾਂ ਲੈ ਰਹੇ ਹੋ ਉਹ ਕਾਂਗਰਸ ਦੇ ਨੇ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਈਡੀ ਨੇ ਕਰਵਾਏ ਪਰਚਾ, ਬੀਜੇਪੀ ਨੇ ਕਰਵਾ ਦਿੱਤਾ, ਤੇ ਇਹ ਦੋ ਪਾਸੇ ਕਿਵੇਂ? ਰੋਕੀ ਇੱਕ ਮਿੰਟ ਜੀ, ਮਿਲੋ ਗੱਲ ਕਰ ਲਓ ਤੁਸੀਂ। ਜਵਾਹਰ ਨਗਰ ਰੋਜ਼ ਗੁਰਦੁਆਰੇ ਅਰਦਾਸ ਹੁੰਦੀ, ਅਰਦਾਸ ਕਰਾਉਂਦੇ ਸੀ ਖਹਿਰਾ ਸਾਹਿਬ ਦੀ ਰਿਹਾਈ ਲਈ, ਅਰਦਾਸ ਕਰਾਉਂਦੇ ਹਰ ਰੋਜ਼ ਜਵਾਹਰ ਨਗਰ। ਕੈਪਟਨ ਦਾ ਮੈਂ ਭਰਾ ਵਾ। ਚੰਗਾ ਧੰਨਵਾਦ ਜੀ। ਜਦੋਂ ਇਦਾਂ ਦੇ ਬੰਦੇ ਨੇ ਜਿਹੜੇ ਮੈਂ ਜਾਣਦਾ ਵੀ ਨਹੀਂ ਇਹਨਾਂ ਨੂੰ, ਜਿਹੜੇ ਇਦਾਂ ਦੇ ਬੰਦੇ ਮੇਰੇ ਲਈ ਅਰਦਾਸ ਕਰਦੇ, ਇਹਨਾਂ ਨੂੰ ਕੌਣ ਮਾਰ ਸਕਦਾ ਜੀ। ਸੋ ਇਸ ਕਰਕੇ ਤੁਸੀਂ ਪੁੱਛ ਰਹੇ ਸੀ ਕਿ ਖਹਿਰਾ ਸਾਹਿਬ ਇਹ ਗੱਲ ਕਹੀ ਹੁਣੇ ਲੀਡਰ ਕਾਂਗਰਸ ਦਾ ਇਲਜ਼ਾਮ ਹੈ
ਰੇਡ ਈਡੀ ਦੇ, ਤੁਸੀਂ ਕਹਿੰਦੇ ਪਰਚਾ ਬੀਜੇਪੀ ਨੇ ਕਰਾਇਆ। ਉਹਦਾ ਕਾਰਨ ਸੁਣ ਲਓ ਨਾ ਜੀ, ਜਿਹੜਾ ਬੀਜੇਪੀ ਜਿਹੜਾ ਈਡੀ ਨੇ ਜਿਹੜਾ ਸ਼ਡਿਊਲਡ ਅਫੈਂਸ ਚੁੱਕਿਆ ਨਾ, ਜਿਹੜਾ ਮੁਕੱਦਮਾ, ਇਹ ਆਪਣਾ ਨਹੀਂ ਮੁਕੱਦਮਾ ਦਰਜ ਕਰਦੇ ਕੋਈ ਵੀ, ਜਿਹੜਾ ਇਹਨਾਂ ਨੇ ਮੁਕੱਦਮਾ ਚੱਕਿਆ ਵਾ ਉਹ ਐਨਡੀਪੀਐਸ ਦੀ ਐਫਆਈਆਰ ਜਿਹੜੀ 2015 ਦੀ, ਜਿਹੜੀ ਕਿ ਪਹਿਲਾਂ ਅਕਾਲੀ ਦਲ ਨੇ ਇੱਕ ਐਸਆਈਟੀ ਬਣਾਈ ਸੀ, ਉਹਨਾਂ ਨੇ ਕੀਤਾ ਕੁਝ ਨਹੀਂ ਸੀ ਕਿਉਂਕਿ ਹੈ ਹੀ ਕੁਝ ਨਹੀਂ ਸੀ, ਕਾਲ ਰਿਕਾਰਡ ਸੀਗੇ। ਜਦੋਂ ਮੈਂ ਰਾਣੇ ਗੁਰਜੀਤ ਨੂੰ ਲਾਇਆ ਸੀਗਾ ਵਜ਼ਾਰਤ ਚੋਂ, ਉਦੋਂ ਇਸ ਰਾਣੇ ਗੁਰਜੀਤ ਨੇ ਜਿਹੜਾ ਸੀਗਾ ਉਹ ਇੱਕ ਮੇਰੇ ਸਰਕਾਰੀ ਦਬਾਅ ਵਰਤ ਕੇ ਇਸ ਨੇ ਜਿਹੜਾ ਸੀਗਾ ਮੈਨੂੰ ਅਦਾਲਤ ਵਿੱਚ ਸਮਨ ਕਰਾਤਾ ਸੀਗਾ, ਫਾਜ਼ਿਲਕਾ ਦੀ ਅਦਾਲਤ ਤੋਂ। ਤੁਹਾਨੂੰ ਯਾਦ ਹੋਵੇਗਾ ਮੈਂ ਸੁਪਰੀਮ ਕੋਰਟ ਗਿਆ ਸੀ ਤੇ ਸੁਪਰੀਮ ਕੋਰਟ ਵਿੱਚ ਸੁਪਰੀਮ ਕੋਰਟ ਨੇ ਉਹ ਐਨਡੀਪੀਐਸ ਦੀ ਜਿਹੜੀ ਸਮਨਿੰਗ ਸੀ, ਜਿਹੜਾ ਮੈਨੂੰ ਤਲਬ ਕੀਤਾ ਸੀ, ਉਹ ਸਟੇ ਕਰ ਦਿੱਤਾ ਸੀ। ਈਡੀ ਨੇ ਬਿਲਕੁਲ ਉਹੀ ਕੇਸ ਚੱਕਿਆ ਵਾ, ਇਹ ਆਪਣਾ ਨਹੀਂ ਕੋਈ ਕੇਸ ਚੱਕਿਆ, ਤਾਂ ਮੈਂ ਇਹਦਾ ਨਾਮ ਲੈਣਾ ਕਿ ਇਸੇ ਦੀ ਸ਼ਰਾਰਤ ਸੀਗੀ। ਪਰ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਇਹ ਗੱਲਾਂ ਨਿਕਲ ਕੇ ਆਈਆਂ ਕਿ ਸੁਖਪਾਲ ਸਿੰਘ ਖਹਿਰਾ ਪਾਰਟੀ ਦੇ ਨਾਮ ਤੇ ਵਿਦੇਸ਼ ਗਏ, ਸਾਡੇ ਨਾਮ ਤੇ ਪੈਸੇ ਲੈ ਕੇ ਖਾ ਗਏ। ਓਕੇ ਗੁੱਡ। ਹੁਣ ਤੁਸੀਂ ਮੈਨੂੰ ਦੱਸੋ ਪਮਿਲ ਜੀ ਕਿ ਇਹ ਗਰਾਊਂਡਸ ਆਫ ਅਰੈਸਟ ਵਿੱਚ ਇੱਕ ਇਲਜ਼ਾਮ ਸੀ ਮੇਰੇ ਖਿਲਾਫ, ਕਿਉਂਕਿ ਪੰਕਜ ਗੁਪਤਾ ਜਿਹੜਾ ਸੈਕਟਰੀ ਸੀਗਾ ਆਮ ਆਦਮੀ ਪਾਰਟੀ ਦਾ, ਉਹਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਕੋਈ ਫੰਡਿੰਗ ਵਾਸਤੇ ਇਹਨੂੰ ਭੇਜਿਆ ਨਹੀਂ ਸੀਗਾ। ਪਰ ਜਦੋਂ ਮੈਂ ਈਡੀ ਨੂੰ ਉੱਥੇ ਜਦੋਂ ਮੈਨੂੰ ਅਰੈਸਟ ਕੀਤਾ, ਇਹ ਮੇਰਾ ਸਟੇਟਮੈਂਟ ਨਹੀਂ ਸੀ ਰਿਕਾਰਡ ਕਰਦੇ, ਮੈਂ ਉਹਨਾਂ ਨੂੰ ਈਮੇਲ ਕਰਤਾ ਸਾਰੇ ਪੋਸਟਰਸ 16 ਸ਼ਹਿਰਾਂ ਦੇ ਅਮਰੀਕਾ ਦੇ, ਅਪ੍ਰੈਲ ਮਈ 2016 ਦੇ, ਸਾਰਾ ਕੈਲੀਫੋਰਨੀਆ, ਸਾਰਾ ਸ਼ਿਕਾਗੋ ਸਾਈਡ, ਇੰਡੀਆਨਾ ਸਾਈਡ ਔਰ ਹਿਊਸਟਨ ਤੇ ਡੈਲਸ, ਉੱਥੇ ਮੀਟਿੰਗਾਂ ਦੇ ਸਾਰੇ ਸਬੂਤ ਦਿੱਤੇ। ਉਹ ਸਬੂਤ ਅੱਜ ਵੀ ਆਮ ਆਦਮੀ ਪਾਰਟੀ ਦੇ ਪੇਜ ਤੇ, ਆਮ ਆਦਮੀ ਪਾਰਟੀ ਦੇ ਪੇਜ ਤੇ ਤੁਸੀਂ ਅੱਜ ਵੀ ਸਰਚ ਕਰੋ, ਆਮ ਆਦਮੀ ਪਾਰਟੀ ਯੂਐਸਏ ਵੈਰੀਫਾਈਡ ਪੇਜ ਹੈ, ਕੇਜਰੀਵਾਲ ਦੀ ਫੋਟੋ ਉੱਥੇ ਪਈਆਂ ਨੇ ਰਿਕਾਰਡ। ਤਾਂ ਜਦੋਂ ਪਰ ਤੁਸੀਂ ਗਏ ਸੀ ਖਹਿਰਾ ਸਾਹਿਬ, ਕਿਉਂਕਿ ਫੰਡ ਰੇਜ਼ਿੰਗ ਡਿਨਰ ਤੇ ਹੁੰਦੇ ਰਹੇ ਨੇ ਨਾ ਉੱਥੇ। ਮੈਂ ਗਿਆ, ਮੈਨੂੰ ਭੇਜਿਆ ਪਾਰਟੀ ਨੇ, ਫੁਲਕਾ ਸਾਹਿਬ ਨੂੰ ਕੈਨੇਡਾ ਭੇਜਿਆ ਸੀ, ਸੁਖਪਾਲ ਸਿੰਘ ਖਹਿਰਾ ਤੇ ਸੰਜੇ ਸਿੰਘ ਨੂੰ ਅਮਰੀਕਾ ਭੇਜਿਆ ਸੀ, ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ। ਔਰ ਜਿਹੜੇ ਪੈਸੇ ਉੱਥੇ ਇਕੱਠੇ ਹੋਏ, ਤੁਹਾਡਾ ਕਿੰਨੇ ਪਤਾ ਤੁਹਾਨੂੰ ਕਿੰਨੇ ਪੈਸੇ ਇਕੱਠੇ ਹੋਏ, ਕਿੱਥੇ ਗਏ? ਮੈਨੂੰ ਲੱਗਦਾ 2 ਕਰੋੜ ਰੁਪਏ ਇਕੱਠਾ ਹੋਇਆ ਸੀ ਇਹਨਾਂ ਨੂੰ। ਉਹ ਸਾਰਾ ਪੈਸਾ ਕੇਜਰੀਵਾਲ ਦੇ ਪਾਰਟੀ ਫੰਡ ਵਿੱਚ ਆਇਆ। ਪਮਿਲ ਤੁਸੀਂ ਦੱਸੋ, ਕਹਿਣਾ ਕਲੈਕਟ $1 ਲੱਖ ਕੈਸ਼ ਐਂਡ ਪੁੱਟ ਇਟ ਇਨ ਮਾਈ ਪਾਕਟ, ਤੇ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਚੜ੍ਹ ਸਕਦਾ ਹਾਂ $1 ਲੱਖ ਲੈ ਕੇ, ਤੇ ਇੰਡੀਆ ਦੇ 에ਅਰਪੋਰਟ ਤੋਂ ਉਤਰ ਸਕਦਾ ਹਾਂ। ਇਸ ਕਰਕੇ ਇਹਨਾਂ ਦਾ ਝੂਠ ਤਾਂ ਹੁਣ ਸਾਬਤ ਹੋ ਗਿਆ। ਜਿਹੜਾ ਚਲਾਨ ਪੇਸ਼ ਕੀਤਾ ਵਾ ਈਡੀ ਨੇ 7 ਜਨਵਰੀ ਨੂੰ ਮੇਰੇ ਖਿਲਾਫ, ਉਹਦੇ ਵਿੱਚ ਜਿਹੜਾ ਅਰੈਸਟ ਕਰਨ ਵੇਲੇ ਇਲਜ਼ਾਮ ਸੀਗਾ, ਉਹ ਤਾਂ ਹੁਣ ਇਲਜ਼ਾਮ ਹੈ ਹੀ ਨਹੀਂਗਾ, ਉਹ ਇਲਜ਼ਾਮ ਹੀ ਵਾਪਸ ਲੈ ਲਿਆ ਈਡੀ ਨੇ। ਅੱਛਾ, ਬਿਕੋਜ਼ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਨੇ ਪੈਸੇ ਲਏ ਨੇ, ਔਰ ਕੇਜਰੀਵਾਲ ਦੇ ਸਕੱਤਰ ਨੇ ਬੇਬੁਨਿਆਦ ਇਲਜ਼ਾਮ ਜਿਹੜਾ ਇਹਦੇ ਤੇ ਲਗਵਾਇਆ ਵਾ। ਇਸ ਲਈ ਇਦਾਂ ਦੇ ਸਾਰੇ ਬਾਕੀ ਵੀ ਝੂਠੇ ਇਲਜ਼ਾਮ ਸੀਗੇ। ਔਰ ਤੁਸੀਂ ਦੱਸੋ ਪਮਿਲ ਕਿ ਮੇਰੇ ਤੇ ਐਡਾ ਰੇਡ ਕੀਤਾ, ਇਹਨਾਂ ਨੂੰ ਕੋਈ ਚੀਜ਼ ਮਿਲੀ? ਕਹਿੰਦੇ ਸੀ ਜੀ ਫੇਕ ਪਾਸਪੋਰਟ ਹੈ। ਕਿੱਥੇ ਆ ਫੇਕ ਪਾਸਪੋਰਟ? ਕਿੱਥੇ ਆ ਫੇਕ ਕਰੰਸੀ? ਕਿੱਥੇ ਆ ਜੂਲਰੀ? ਕਿੱਥੇ ਆ ਮੇਰੀ ਕੋਈ ਪ੍ਰਾਪਰਟੀ ਦੇ ਕਾਗਜ਼ਾਤ? ਕੋਈ ਹੈ ਮੇਰੇ ਖਿਲਾਫ ਕੋਈ ਇਲਜ਼ਾਮ ਇਹਨਾਂ ਦੇ ਕੋਲ? ਕੁਝ ਵੀ ਨਹੀਂਗਾ। ਚਲਾਨ ਹੁਣ ਕੀ ਆ? ਚਲਾਨ ਹੈਗਾ ਵਾ ਬੇਸਿਕਲੀ ਕਿ ਇਹਨੇ 3 ਕਰੋੜ 82 ਲੱਖ ਰੁਪਈਆ, ਜਿਹੜਾ ਮੇਰਾ ਆਮਦਨ ਤੱਕ ਖਰਚੇ ਦਾ ਪਾੜਾ ਸੀ 6 ਸਾਲ ਦਾ, ਕਿ ਇਹ 3 ਕਰੋੜ 82 ਲੱਖ ਜਿਹੜਾ ਵਾ ਇਹ ਡਰੱਗ ਮਨੀ। ਉਹਦੀ ਬਹੁਤ ਚਰਚਾ ਹੋਈ ਕਿ ਇਹ ਡਰੱਗ ਮਨੀ ਹੈਗੀ ਹੈ। ਸਿਰਫ ਕਹਿ ਦਿੱਤਾ ਚਲਾਨ ਪੜੋ, ਮੈਂ ਤੁਹਾਨੂੰ ਚਲਾਨ ਪੜਾਉਂਗਾ, ਸਿਰਫ ਇੱਕ ਪੈਰਾ ਵਾ ਕਿ ਜਿਹੜਾ 3 ਕਰੋੜ 82 ਲੱਖ ਰੁਪਈਆ ਵਾ ਇਹ ਗੁਰਦੇਵ ਕੋਲੋਂ ਇਹਨਾਂ ਨੇ ਡਰੱਗ ਮਨੀ ਲਿਆ ਵਾ ਪਿਛਲੇ 6 ਸਾਲਾਂ 'ਚ। ਤੁਸੀਂ ਮੈਨੂੰ ਦੱਸੋ ਪਮਿਲ, ਜਿਹੜਾ ਗੁਰਦੇਵ ਸਿੰਘ 2015 'ਚ 20 ਸਾਲ ਦੀ ਕੈਦ ਕੱਟ ਰਿਹਾ ਫਿਰੋਜ਼ਪੁਰ ਜੇਲ੍ਹ 'ਚ, ਕੀ ਗੁਰਦੇਵ ਸਿੰਘ ਮੈਨੂੰ 15 'ਚ ਜੇਲ੍ਹ ਰਹਿ ਕੇ 3 ਕਰੋੜ 82 ਲੱਖ ਦੇ ਸਕਦਾ? ਫਿਰ ਦੱਸਿਆ ਨਹੀਂ ਈਡੀ ਨੇ ਕਿ ਕਿੱਥੇ ਦਿੱਤਾ ਪੈਸਾ। ਮਨੀ ਟ੍ਰੇਲ ਕੋਈ ਨਹੀਂ ਗੀ, ਕੋਈ ਪ੍ਰਾਪਰਟੀ ਨਹੀਂ ਮੈਨੂੰ ਦਿਖਾਈ ਕਿ ਤੂੰ ਗੁਰਦੇਵ ਨੇ ਲੈ ਕੇ ਦਿੱਤੀ, ਕੋਈ ਗੱਡੀ ਲੈ ਕੇ ਦਿੱਤੀ ਹੋਵੇ, ਕੋਈ ਪਲਾਟ ਲੈ ਕੇ ਦਿੱਤਾ ਹੋਵੇ, ਕੁਝ ਨਹੀਂ ਦੱਸਦੇ। ਖਹਿਰਾ ਸਾਹਿਬ ਤੁਹਾਡੇ ਕੇਸ 'ਚ ਨਾ ਕੰਪਲੀਟ ਕਰ ਲੈਂਦੇ। ਅਗਲੇ ਪੈਰੇ 'ਚ ਈਡੀ ਕੀ ਕਹਿੰਦੀ ਆ, ਅਗਲੇ ਪੈਰੇ 'ਚ ਈਡੀ ਇਲਜ਼ਾਮ ਲਾਉਂਦੀ ਆ ਕਿ ਜਿਹੜਾ ਗੁਰਦੇਵ ਸਿੰਘ ਆ ਉਹ ਇੰਨੀ ਬੁਰੀ ਤਰ੍ਹਾਂ ਨਾਲ ਡਿਫਾਲਟਰ ਹੋ ਗਿਆ, ਪੈਸੇ ਆਰਥਿਕ ਤੌਰ ਤੇ ਟੁੱਟ ਗਿਆ ਵਾ ਕਿ ਬੈਂਕਾਂ ਨੇ ਉਹਦੇ ਖਿਲਾਫ ਰਿਕਵਰੀਆਂ ਦੇ ਸੂਟ ਕੀਤੇ ਹੋਇਆ। ਜਿਹੜਾ ਗੁਰਦੇਵ ਸਿੰਘ ਮੈਨੂੰ ਪੈਸੇ ਦੇ ਰਿਹਾ 6 ਸਾਲਾਂ 'ਚ, ਉਹ ਬੈਂਕਰਪਟ ਬੈਂਕਰਪਟ ਹੈ, ਉਹਦੇ ਤੇ ਪਰਚੇ, ਉਹਦੇ ਤੇ ਮੁਕੱਦਮੇ ਕੀਤੇ ਹੋਏ ਬੈਂਕਾਂ ਨੇ। ਕੀ ਤੁਹਾਨੂੰ ਲੱਗਦਾ ਉਸੇ ਚਲਾਨ ਵਿੱਚ ਹੀ ਲਿਖਿਆ ਹੋਇਆ ਵਾ? ਸੁਖਪਾਲ ਖਹਿਰਾ ਕਾਂਗਰਸ ਦੇ ਐਮਐਲਏ ਵੀ ਨਹੀਂ, ਪਾਰਟੀ ਜੁਆਇਨ ਕੀਤੀ, ਐਮਐਲਏ ਆਮ ਆਦਮੀ ਪਾਰਟੀ ਦੇ ਆਪੋਜੀਸ਼ਨ ਦੇ, ਫਿਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਟਾਰਗੇਟ ਕਿਉਂ ਕਰਨਾ ਚਾਹੇਗੀ ਸੁਖਪਾਲ ਖਹਿਰਾ ਨੂੰ? ਬੀਜੇਪੀ ਨੇ ਮੈਨੂੰ ਟਾਰਗੇਟ ਇਸ ਲਈ ਨਹੀਂ ਕੀਤਾ ਕਿ ਮੈਂ ਕਾਂਗਰਸ ਜੁਆਇਨ ਕੀਤੀ। ਤੁਸੀਂ ਕਿਹਾ ਬੀਜੇਪੀ ਨੇ ਟਾਰਗੇਟ ਕੀਤਾ? ਬੀਜੇਪੀ ਨੇ ਟਾਰਗੇਟ ਇਸ ਲਈ ਕੀਤਾ ਵਾ ਕਿਉਂਕਿ ਮੈਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਹਾਂ। ਮੈਂ ਯੂਆਪਾ ਦਾ ਵਿਰੋਧ ਕੀਤਾ ਪੰਜਾਬ ਦੇ ਵਿੱਚ, ਮੈਂ ਬੰਦੇ ਛਡਾਏ ਨੇ, ਮੈਂ ਫਾਰਮਰਸ ਐਜੀਟੇਸ਼ਨ ਵਿੱਚ ਓਵਰ ਐਕਟਿਵ ਰੋਲ ਪਲੇ ਕੀਤਾ, ਪ੍ਰੋਐਕਟਿਵ। ਮੈਂ ਜਿਹੜਾ ਡਿਬਡਿਬਾ ਦਾ ਉੱਤਰਾਖੰਡ ਦੇ ਰੁਦਰਪੁਰ ਦਾ ਬੱਚਾ ਮਰ ਗਿਆ ਸੀ, ਨਵਰੀਤ ਸਿੰਘ ਡਿਬਡਿਬਾ ਟਰੈਕਟਰ ਪਰੇਡ 'ਚ, ਮੈਂ ਉਹਨੂੰ ਚੱਕ ਕੇ ਉਹਦਾ ਪਰਿਵਾਰ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਮੁਕੱਦਮਾ ਦਰਜ ਕਰਾਇਆ ਪੁਲਿਸ ਦੇ ਖਿਲਾਫ। ਇਹ ਤਾਂ ਔਖੇ ਨੇ। ਇਹਨਾਂ ਨੂੰ ਹੈਗਾ ਕਿ ਕੌਣ ਹੈ ਬੰਦਾ ਜਿਹੜਾ ਸਾਡੇ ਬੀਜੇਪੀ ਦੇ ਖਿਲਾਫ ਬੋਲਦਾ। ਔਰ ਮੈਨੂੰ ਦੱਸੋ ਤੁਸੀਂ ਪਮਿਲ ਕਿ ਕੀ ਅੱਜ ਤੱਕ ਬੀਜੇਪੀ ਦੀ ਇਹਨਾਂ ਏਜੰਸੀਆਂ ਨੇ, ਈਡੀ, ਸੀਬੀਆਈ ਤੇ ਇਨਕਮ ਟੈਕਸ ਨੇ ਕਦੀ ਕਿਸੇ ਬੀਜੇਪੀ ਦੇ ਆਗੂ ਨੂੰ ਅਰੈਸਟ ਕੀਤਾ? ਕਦੀ ਉਹਨੂੰ ਇਨਵੈਸਟੀਗੇਟ ਕੀਤਾ? ਇੱਕ ਬੰਦੇ ਦਾ ਵੀ ਨਾਮ ਸੋਚ ਕੇ ਦੱਸ ਦਿਓ ਮੈਨੂੰ। ਸਾਰੇ ਆਪੋਜੀਸ਼ਨ ਦੇ
ਮਤਲਬ ਮਹਿਬੂਬਾ ਮੁਫਤੀ ਵੀ ਆਪੋਜੀਸ਼ਨ ਦੀ, ਚਿਦੰਬਰਮ ਵੀ ਆਪੋਜੀਸ਼ਨ ਦਾ, ਖਹਿਰਾ ਵੀ ਆਪੋਜੀਸ਼ਨ ਦਾ, ਹੁੱਡਾ ਵੀ ਆਪੋਜੀਸ਼ਨ ਦਾ, ਡੀਕੇ ਸ਼ਿਵ ਕੁਮਾਰ ਕਰਨਾਟਕਾ ਵੀ ਆਪੋਜੀਸ਼ਨ ਦਾ, ਅਨਿਲ ਦੇਸ਼ਮੁਖ ਵੀ ਮਹਾਰਾਸ਼ਟਰ ਦਾ ਆਪੋਜੀਸ਼ਨ ਦਾ, ਟੀਐਮਸੀ ਦੇ ਲੀਡਰ ਵੀ ਆਪੋਜੀਸ਼ਨ ਦੇ, ਡੀਐਮਕੇ ਦੇ ਲੀਡਰ ਵੀ ਆਪੋਜੀਸ਼ਨ ਦੇ। ਕਦੀ ਕਿਸੇ ਬੀਜੇਪੀ ਨੂੰ ਵੀ ਇਨਵੈਸਟੀਗੇਟ ਕੀਤਾ ਇਹਨਾਂ ਨੇ? ਇੱਥੋਂ ਹੀ ਸਾਫ਼ ਹੋ ਜਾਂਦਾ ਕਿ ਪੋਲੀਟੀਕਲ ਵੈਂਡੇਟਾ ਕਰਦੇ ਨੇ। ਪੰਜਾਬ ਦੇ ਵਿੱਚ ਹੋਰ ਵੀ ਰੇਡ ਹੋਏ, ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਵੀ ਰੇਡ ਹੋਇਆ, ਉਹ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ। ਤੁਸੀਂ ਇਹ ਵੀ ਇਸ ਨੂੰ ਮੰਨਦੇ ਹੋ ਵੀ ਇਹ ਵੀ ਚੰਨੀ ਨੂੰ ਵੀ ਟਾਰਗੇਟ ਕੀਤਾ ਗਿਆ? ਇਹ ਆ ਕਿ ਜਦ ਤੱਕ ਈਡੀ ਚੰਨੀ ਨੂੰ ਬੁਲਾਉਂਦੀ ਨਹੀਂ ਗੀ, ਉਹਨੂੰ ਕੋਈ ਨੋਟਿਸ ਨਹੀਂ ਕੱਢਦੀ, ਆਪਾਂ ਕਿੱਦਾਂ ਮੰਨ ਲਈਏ ਕਿ 10 ਕਰੋੜ ਰੁਪਇਆ ਉਹਦਾ ਵਾ? ਮੇਰੇ ਕਿੰਨੇ ਰਿਸ਼ਤੇਦਾਰ ਨੇ ਜਿਹੜੇ ਵਪਾਰ ਕਰਦੇ ਨੇ। ਅਰਵਿੰਦ ਕੇਜਰੀਵਾਲ ਕਹਿੰਦੇ ਮੈਂ ਅਰਵਿੰਦ ਕੇਜਰੀਵਾਲ ਨੂੰ ਥੋੜੇ ਦਿਨ ਪਹਿਲਾਂ ਇੰਟਰਵਿਊ ਕੀਤਾ ਸੀ, ਕਹਿੰਦੇ ਵੀ ਚਰਨਜੀਤ ਚੰਨੀ ਦੱਸੇ ਵੀ ਕਿੱਥੇ ਸਾਈਨ ਕੀਤੇ ਆ 10 ਕਰੋੜ ਰੁਪਇਆ ਰਿਸ਼ਤੇਦਾਰ ਦੇ ਖਾਤੇ 'ਚ ਗਿਆ। ਇਹ ਝੂਠ ਬੋਲਣ ਦਾ ਮਾਹਰ ਆ। ਤੁਸੀਂ ਮੈਨੂੰ ਦੱਸੋ ਕਿੱਥੇ ਕਰੂਗਾ ਸਾਈਨ ਚਰਨਜੀਤ ਚੰਨੀ? ਕਿਉਂ ਕਰੂਗਾ ਸਾਈਨ? ਜਾਂ ਤਾਂ ਚੰਨੀ ਨੂੰ ਉਹ ਇੰਪਲੀਕੇਟ ਕਰਦੇ, ਜਾਂ ਚੰਨੀ ਨੂੰ ਨੋਟਿਸ ਕੱਢਦੇ, ਜਾਂ ਚੰਨੀ ਨੂੰ ਬੁਲਾਉਂਦੇ ਫॉर ਇਨਵੈਸਟੀਗੇਸ਼ਨ। ਫਿਰ ਤਾਂ ਆਪਾਂ ਕਹਿੰਦੇ ਚੰਨੀ ਦਾ ਪੈਸਾ ਵਾ। ਬਹੁਤ ਸਾਡੇ ਰਿਸ਼ਤੇਦਾਰ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਅਮੀਰ ਆਦਮੀ ਨੇ ਆਪਣਾ ਕੰਮ ਕਰਦੇ, ਉਹ ਸਾਰਾ ਸੁਖਪਾਲ ਖਹਿਰਾ ਕਰਦਾ ਵਾ। ਸੋ ਦੇਅਰਫੋਰ ਇਹ ਇੱਕ ਚੰਨੀ ਨੂੰ ਧਮਕਾਉਣ ਦਾ, ਇੱਕ ਡਰਾਉਣ ਦਾ ਤਰੀਕਾ ਜਿਹਦਾ ਬਾਕੀ ਸਾਰਿਆਂ ਨੂੰ ਡਰਾ ਰਹੇ ਸਾਰੇ ਦੇਸ਼ ਦੇ ਵਿੱਚ, ਇਹਦਾ ਚੰਨੀ ਨੂੰ ਵੀ ਡਰਾਉਣਾ ਚਾਹੁੰਦੇ ਨੇ। ਕਾਂਗਰਸ ਦਾ ਕਿਸ ਤਰ੍ਹਾਂ ਦਾ ਰਵੱਈਆ ਰਿਹਾ? ਟਿਕਟ ਤੁਹਾਨੂੰ ਮਿਲ ਗਈ, ਨੋ ਡਾਊਟ ਟਿਕਟ ਉੱਪਰੋਂ ਤੈਅ ਹੋ ਕੇ ਆਉਂਦੀਆਂ ਨੇ। ਪੰਜਾਬ ਦੇ ਵਿੱਚੋਂ ਇਹ ਗੱਲ ਬਹੁਤ ਚੱਲੀ ਕਿ ਕਿਸੇ ਇੱਕ ਲੀਡਰ ਨੇ ਸੁਖਪਾਲ ਖਹਿਰਾ ਦੇ ਸਮਰਥਨ 'ਚ ਇੱਕ ਸਟੇਟਮੈਂਟ ਤੱਕ ਨਹੀਂ ਦਿੱਤੀ। ਪੰਜਾਬ ਦੇ ਲੀਡਰ ਖੜੇ ਨਹੀਂ, ਆਪਸ 'ਚ ਹੀ ਕੁਰਸੀ ਦੀ ਖਿੱਚਤਾਨ ਕਰਦੇ ਰਹੇ। ਪਰ ਮੈਨੂੰ ਇਹਨਾਂ ਦਾ ਲਾਸ ਹੈ। ਜੇ ਕਾਂਗਰਸ ਮੇਰੇ ਕੇਸ ਨੂੰ ਸਟੱਡੀ ਕਰਕੇ ਤੇ ਹਾਈਲਾਈਟ ਕਰਦੀ ਇੰਡੀਆ ਦੇ ਵਿੱਚ, ਬੀਜੇਪੀ ਨੇ ਤੇ ਈਡੀ ਨੇ ਬਹੁਤ ਸ਼ਰਮਿੰਦੇ ਹੋਣਾ ਸੀ, ਕਿਉਂਕਿ ਮੇਰਾ ਇੱਕ ਬਹੁਤ ਕਲਾਸਿਕ ਕੇਸ ਆਫ ਪੋਲੀਟੀਕਲ ਵੈਂਡੇਟਾ ਵਾ। 100% ਪ੍ਰੂਫਸ ਆਰ ਵਿਦ ਮੀ, 100%। ਇਸ ਕਰਕੇ ਇਹ ਉਹਨਾਂ ਦਾ ਲਾਸ ਹੈ। ਪਰ ਮੈਂ ਸਮਝਦਾ ਕਿਉਂਕਿ ਆਮ ਪੋਲੀਟੀਕਲ ਬੰਦੇ ਨਾ ਈਡੀ ਤੋਂ ਡਰਦੇ ਆ, ਅਗਲੇ ਕਹਿੰਦੇ ਮੈਨੂੰ ਕੀ ਲੋੜ ਹੈ ਆਪਣਾ ਸਿਰ ਫਸਾਉਣ ਦੀ। ਪਰ ਕਾਂਗਰਸ ਦਾ ਤੁਸੀਂ ਇੱਕ ਪੱਖ ਦੇਖੋ, ਕਾਂਗਰਸ ਦਾ ਇੱਕ ਪੱਖ ਦੇਖੋ ਕਿ ਕਾਂਗਰਸ ਮੈਨੂੰ ਜੇਲ੍ਹ 'ਚ ਬੈਠੇ ਨੂੰ ਟਿਕਟ ਦੇ ਦੀ, ਇਹਦੇ ਨਾਲੋਂ ਵੱਡੀ ਸਪੋਰਟ ਕੀ ਹੋ ਸਕਦੀ? ਔਰ ਮੈਂ ਪਰ ਇਹਦੇ 'ਚ ਤੁਹਾਨੂੰ ਲੱਗਦਾ ਵੀ ਹਾਈ ਕਮਾਂਡ ਦਾ ਕਲੀਅਰ ਕੱਟ ਫੇਵਰ ਹੈ ਖਹਿਰਾ ਨੂੰ? ਨਹੀਂ, ਈਵਨ ਸਟੇਟ ਲੀਡਰਸ਼ਿਪ ਵੀ ਸਾਰੇ ਮੇਰੇ ਨਾਲ ਸੀਗੇ। ਕਿਸੇ ਮੇਰੇ ਲੀਡਰ ਨੇ, ਚਾਹੇ ਨਵਜੋਤ ਸਿੰਘ ਸਿੱਧੂ ਆ, ਚਰਨਜੀਤ ਸਿੰਘ ਚੰਨੀ, ਜਾਖੜ, ਪ੍ਰਤਾਪ ਬਾਜਵਾ, ਜਿਹੜੇ ਇੰਪੋਰਟੈਂਟ ਕਮੇਟੀਆਂ ਦੇ ਹੈਡ ਸੀ, ਅਜੇ ਮਾਕਨ, ਰਣਦੀਪ ਸਿੰਘ ਸੁਰਜੇਵਾਲਾ, ਹਰੀਸ਼ ਚੌਧਰੀ, ਸਭ ਮੈਸੇਜ ਮੁਸੇਜ ਆਉਂਦੇ ਰਹੇ ਇਹਨਾਂ ਦੇ ਜੇਲ੍ਹ ਦੇ ਵਿੱਚ ਅੰਦਰ? ਨਹੀਂ, ਮੇਰੇ ਪਰਿਵਾਰ ਨੂੰ ਕਨਵੇ ਕਰਦੇ ਰਹੇ ਨੇ। ਤੇ ਮੇਰਾ ਪਰਿਵਾਰ ਜਦੋਂ ਮੁਲਾਕਾਤ ਕਰਨ ਆਉਂਦਾ ਸੀ, ਮੈਸੇਜ ਮੈਂ ਫੋਨ ਤੇ ਗੱਲ ਨਹੀਂ ਕਰਨ ਨੂੰ ਕਹਿ ਰਿਹਾ, ਮੈਂ ਕਹਿ ਰਿਹਾ ਵੀ ਸੰਦੇਸ਼ ਆਉਂਦੇ ਰਹੇ ਮਹਿਤਾਬ ਖਹਿਰਾ ਦੇ ਜ਼ਰੀਏ। ਇਹਨਾਂ ਵਿੱਚ ਫੋਨ ਵੀ ਮਿਲਦਾ। ਤੁਹਾਨੂੰ ਗਲਤਫਹਿਮੀ ਹੈ, ਐਵੇਂ ਕੁਝ ਲੋਕਾਂ ਨੂੰ ਗਲਤਫਹਿਮੀ ਹੈ। ਤੁਹਾਨੂੰ ਆਫੀਸ਼ੀਅਲ ਫੋਨ ਦਿੰਦੇ ਨੇ ਦਿਨ 'ਚ 2 ਵਾਰੀ। ਅੱਛਾ, ਹਾਂਜੀ, 15-15 ਮਿੰਟ ਦਿੰਦੇ ਨੇ, ਜਿੱਥੇ ਮਰਜ਼ੀ ਗੱਲ ਕਰ ਲਓ ਤੁਸੀਂ। ਸੋ ਦੇਅਰਫੋਰ ਇਹ ਜਿਹੜਾ ਹੈਗਾ ਐਵੇਂ ਹੁਣ ਰੋਂਦੇ ਫਿਰਦੇ ਆਪੋਜੀਸ਼ਨ ਵਾਲੇ। ਅਸੀਂ ਉਮੀਦ ਸੀਗੀ ਖਹਿਰਾ ਸਾਹਿਬ ਵੀ ਟਿਕਟ ਮਿਲ ਜੇਗੀ ਜੇਲ੍ਹ 'ਚ ਬੈਠਿਆਂ ਈਡੀ ਦੇ ਕੇਸ 'ਚ ਅੰਦਰ। ਪੰਮਿਲ ਮੈਨੂੰ ਦੱਸੋ ਕਿ ਮੈਂ ਹੁਣ ਮੇਰੀ 6ਵੀਂ ਇਲੈਕਸ਼ਨ ਹੈ, 5 ਇਲੈਕਸ਼ਨਾਂ ਮੈਂ ਕਾਂਗਰਸ ਦੇ ਪਲੇਟਫਾਰਮ ਤੋਂ ਲੜੀਆਂ। ਮੈਂ ਕਦੇ ਵੀ ਨਹੀਂ ਦਿੱਲੀ ਗਿਆ ਅੱਜ ਤੱਕ। ਮੇਰੇ ਇਲਾਕੇ ਵਾਲਿਆਂ ਨੂੰ ਪੁੱਛ ਲਓ ਤੁਸੀਂ, ਕਦੇ ਵੀ ਨਹੀਂ ਦਿੱਲੀ ਗਿਆ ਟਿਕਟ ਮੰਗਣ। ਹਾਂ ਨਾ, ਕਦੇ ਵੀ ਨਹੀਂ ਗਿਆ। ਅੱਜ ਵੀ ਦਿੱਲੀ ਬੈਠੇ ਲੋਕੀ, ਹਲੇ ਵੀ, ਅੱਜ ਵੀ, ਵਾਈਲ ਵੀ ਆਰ ਟਾਕਿੰਗ। ਮੈਂ ਇਸ ਲਈ ਨਹੀਂ ਕਿ ਮੈਂ ਹੰਕਾਰ ਕਰਦਾ, ਬਟ ਮੈਨੂੰ ਪਤਾ ਵਾ ਕਿ ਲੋਕ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ, ਇੰਨੀ ਮੇਰੀ ਪਬਲਿਕ ਸਪੋਰਟ ਹੈਗੀ ਆ ਕਿ ਕਾਂਗਰਸ ਨੂੰ ਟਿਕਟ ਜਿਹੜੀ ਹੈਗੀ ਉਹ ਮੈਨੂੰ ਹੀ ਦੇਣਗੇ। ਮੇਰੇ ਕੰਮ ਦੇਖ ਕੇ ਦੇਣਗੇ, ਮੇਰੀ ਐਬਿਲਿਟੀ, ਮੇਰੇ ਜੋ ਮੈਂ ਇੱਥੇ ਡਿਵੈਲਪਮੈਂਟ ਕੀਤੀ, ਜੋ ਵਿਧਾਨ ਸਭਾ 'ਚ ਮੈਂ ਆਪਣਾ ਪੱਖ ਰੱਖਿਆ, ਸਾਰੀ ਪਾਰਟੀ ਨੂੰ ਉੱਤੇ ਤੱਕ ਮੇਰੀ ਗੱਲ ਦਾ ਸਾਰਾ ਪਤਾ। ਖਹਿਰਾ ਸਾਹਿਬ, ਇਲੈਕਸ਼ਨਸ ਦੇ ਵਿੱਚ ਇੱਕ ਦਿਨ ਕੀਮਤੀ ਹੁੰਦਾ। ਇਸ ਵਾਰੀ ਇਲੈਕਸ਼ਨ ਤੁਹਾਡੇ ਪਿਛਲੇ 5 ਇਲੈਕਸ਼ਨਾਂ ਨਾਲੋਂ ਵੱਖਰਾ ਹੈਗਾ। ਤੁਸੀਂ ਪ੍ਰਚਾਰ ਨਹੀਂ ਕਰ ਸਕਦੇ, ਤੁਸੀਂ ਰੈਲੀਆਂ ਨਹੀਂ ਕਰ ਸਕਦੇ, ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚ ਕਰਨੀ, ਔਰ ਦਿਨ ਤੁਹਾਡੇ ਕੋਲ ਵੈਸੇ ਬਹੁਤ ਥੋੜੇ ਲੱਗਦੇ ਰਹਿ ਗਏ ਆ। ਤੇ ਤੁਹਾਡੇ ਸਿਆਸੀ ਵਿਰੋਧੀ ਬੀਬੀ ਜਗੀਰ ਕੌਰ, ਜਿਨ੍ਹਾਂ ਨਾਲ ਤੁਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਹੋ, ਕਿਤੇ ਡਾਊਟ ਹੈਗਾ ਖਹਿਰਾ ਨੂੰ ਮੈਂ ਕਿਤੇ ਪਿਛੜ ਨਾ ਜਾਵਾਂ? ਨਹੀਂ, ਇਦਾਂ ਵਾ ਕਿ ਮੇਰੀ ਜਿਹੜੀ ਇਲੈਕਸ਼ਨ ਹੈ ਨਾ, ਮੇਰੇ ਆਉਣ ਤੋਂ ਪਹਿਲਾਂ ਹੀ ਆਲਰੇਡੀ ਮੇਰੇ ਬੇਟੇ ਮਹਿਤਾਬ ਖਹਿਰਾ ਨੇ ਤੇ ਲੋਕਾਂ ਦੇ ਸਹਿਯੋਗ ਨਾਲ ਲੜ ਚੁੱਕੇ ਅਸੀਂ। ਸਾਰਾ ਇਲਾਕਾ ਇਨਫੈਕਟ ਟਵਾਈਸ ਕਵਰ ਕਰ ਚੁੱਕੇ। 132 ਪਿੰਡ ਨੇ। 2 ਵਾਰੀ, ਇੱਕ ਵਾਰੀ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਕਵਰ ਕਰ ਗਿਆ ਸੀ, ਇੱਕ ਵਾਰੀ ਮਹਿਤਾਬ ਖਹਿਰਾ ਨੇ ਸਾਰਾ ਇਲਾਕਾ ਕਵਰ ਕਰਤਾ। ਨਾਲੇ ਗੱਲ ਸੁਣੋ, ਮੈਂ ਕਿਹੜਾ ਅੱਜ ਦਾ ਲੜ ਰਿਹਾ ਹਾਂ। ਸਾਡੇ ਪਰਿਵਾਰ ਨੂੰ 50 ਸਾਲ ਹੋ ਗਏ ਨੇ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ ਲੜੀ ਸੀਗੀ 1972 'ਚ। ਸੋ ਥੀਸ ਪੀਪਲ ਨੋ ਅਸ, ਦੇ ਨੋ। ਇਹਨਾਂ ਨੂੰ ਪਤਾ ਵਾ ਕਿ ਸੁਖਪਾਲ ਖਹਿਰਾ ਜਾਂ ਇਹਦਾ ਪਰਿਵਾਰ ਜਿਹੜਾ ਵਾ ਇਹ ਗਲਤ ਫੈਸਲੇ ਤਾਂ ਕਰ ਸਕਦੇ ਆ, ਬਿਕੋਜ਼ ਪੋਲੀਟੀਕਲੀ ਇਹ ਬੇਸਿਕਲੀ ਅਸੀਂ ਇਮੋਸ਼ਨਲ ਆਦਮੀ ਆ, ਅਸੀਂ ਸੈਂਟੀਮੈਂਟਲ ਆਦਮੀ ਆ। ਪਰ ਇਹ ਪਤਾ ਲੋਕਾਂ ਨੂੰ ਕਿ ਫੈਸਲਾ ਗਲਤ ਕਰ ਸਕਦੇ, ਪਰ ਬੇਈਮਾਨੀ ਨਹੀਂ ਸਾਡੇ ਨਾਲ ਕਦੀ ਕਰਨੀ। ਹੁਣ ਤੁਸੀਂ ਇਲੈਕਸ਼ਨ ਐਮਐਲਏ ਤੇ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਹੀ ਹੋ ਅਜੇ ਵੀ। ਆਮ ਆਦਮੀ ਪਾਰਟੀ ਨੇ ਸੀਐਮ ਕੈਂਡੀਡੇਟ ਦੇ ਦਿੱਤੇ ਭਗਵੰਤ ਮਾਨ। ਅਰਵਿੰਦ ਕੇਜਰੀਵਾਲ ਨੇ ਮੇਰੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਕੱਟੜ ਇਮਾਨਦਾਰ ਵਿਅਕਤੀ ਨੂੰ ਮੈਂ ਚੁਣਿਆ, ਜਿਸ ਤੇ ਕੋਈ ਦਾਗ ਨਹੀਂ ਹੈਗਾ। ਲੀਡਰਾਂ ਦੀਆਂ ਪ੍ਰਾਪਰਟੀਆਂ ਵੱਧਦੀਆਂ, ਇਹਦੀ ਘਟਦੀ ਗਈ ਇਲੈਕਸ਼ਨ 2 ਵਾਰੀ ਐਮਐਲਏ ਬਣ ਕੇ। ਤੁਹਾਡੀ ਪਾਰਟੀ ਦਾ ਹਜੇ ਸੀਐਮ ਫੇਸ ਕੋਈ ਨਹੀਂ ਹੈਗਾ। ਤੁਹਾਨੂੰ ਲੱਗਦਾ ਕਿ ਇਹ ਕਾਂਗਰਸ ਦੇ ਲਈ ਸਮੱਸਿਆ ਖੜੀ ਕਰ ਸਕਦੇ ਭਗਵੰਤ ਮਾਨ? ਕਿ ਭਗਵੰਤ ਮਾਨ ਕਿੱਦਾਂ ਇਮਾਨਦਾਰ ਹੈ? ਜਿਹੜਾ ਭਗਵੰਤ ਮਾਨ ਹਜ਼ਾਰਾਂ ਦੇ ਇਕੱਠ ਵਿੱਚ ਆਪਣੀ ਮਾਤਾ ਤੇ ਸਿਰ ਤੇ ਰੱਖ ਕੇ ਹੱਥ ਕਹਿ ਸਕਦਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ, ਤੇ ਥੋੜੇ ਦਿਨਾਂ ਬਾਅਦ ਸ਼ਰਾਬ ਪੀ ਕੇ ਡਿੱਗਦਾ ਫਿਰਦਾ ਸੀਗਾ, ਇਹ ਇਮਾਨਦਾਰੀ ਹੈ?
ਇਮਾਨਦਾਰੀ ਇਜ਼ ਨਾਟ ਨੈਸੈਸਰਲੀ ਕਨਫਾਈਨਡ ਓਨਲੀ ਟੂ ਬੀਇੰਗ ਕਰਪਟ। ਉਹ ਹਾਂ ਕਰਪਸ਼ਨ ਨਾਲ ਜੋੜਦੇ ਇਸ ਚੀਜ਼। ਨੋ, ਇਮਾਨਦਾਰੀ ਆਲਸੋ ਮੀਨਸ ਯੋਰ ਡੈਡੀਕੇਸ਼ਨ ਐਂਡ ਓਨੈਸਟੀ, ਕਿ ਤੁਸੀਂ ਇੱਕ ਸਹੁੰ ਖਾ ਰਹੇ ਆ, ਆਪਣੀ ਮਦਰ ਦੀ ਸਹੁੰ ਖਾ ਰਹੇ ਹੋ। ਇਹ ਓਨੈਸਟੀ ਦੀ ਕੋਈ ਚੀਜ਼ ਨਹੀਂ ਗੀ, ਇਹ ਓਨੈਸਟੀ ਦਾ ਕੋਈ ਪੈਮਾਨਾ ਨਹੀਂਗਾ। ਉਸਨੇ ਉਹ ਸਹੁੰ ਤੋੜੀ ਆ। ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਹੋਇਆ, ਉਹ ਪੰਜਾਬ ਦੇ ਲੋਕ ਕਿੱਦਾਂ ਕਰ ਲੈਣ? ਔਰ ਜਿਹੜਾ ਇਹਨਾਂ ਨੇ ਸਰਵੇ ਕੀਤਾ, ਤੁਸੀਂ ਦੱਸੋ ਮੈਨੂੰ ਕਿ 21 ਲੱਖ ਕਾਲਸ ਤੇ ਉਹਦੇ ਮੈਸੇजेस ਤੇ ਉਹਦੇ WhatsApp ਤੇ ਉਹਦੇ ਵੌਇਸ ਮੇਲਸ ਤੇ ਉਹਦੀਆਂ ਕਾਲਸ, ਕੀ ਉਹਨਾਂ ਨੂੰ ਕੋਈ ਡੀਕੋਡ ਕਰ ਸਕਦਾ ਵਾ? ਸਾਰੀਆਂ ਪਾਰਟੀਆਂ ਨੇ ਕਿਹਾ ਕੇਜਰੀਵਾਲ ਨੂੰ ਕਿ ਸਾਨੂੰ ਹਿਸਾਬ ਤਾਂ ਦੇ ਦੇ, ਡਾਟਾ ਹੀ ਦੇ ਦੇ। ਉਹ ਕਹਿੰਦੇ ਸੀ ਡੈਮੋਕ੍ਰੈਟਿਕ ਤਰੀਕਾ ਲੱਭਿਆ ਵੀ ਵਰਕਰਾਂ ਤੋਂ ਪੁੱਛੀਏ। ਅਸੀਂ ਤਾਂ ਨਹੀਂ ਕਹਿੰਦੇ, ਅਸੀਂ ਕਹਿੰਦੇ ਜਿਹੜਾ 21 ਲੱਖ ਕਾਲ ਦਾ ਡਾਟਾ ਦੇ ਸਾਨੂੰ, ਕਿਉਂਕਿ ਉਹ ਜਿਹੜਾ ਨੰਬਰ ਹੈਗਾ ਉਹ ਰਾਘਵ ਚੱਡਾ ਦੇ ਨਾਮ ਤੇ ਹੈ। ਰਾਘਵ ਚੱਡਾ, ਤੁਸੀਂ ਬਿੱਲ ਦਿੰਦੇ ਹੋ, ਤੁਹਾਡੀ ਕਾਲ ਡਿਟੇਲਸ ਆਉਂਦੀਆਂ ਨਾ, ਉਹਨਾਂ ਦਾ ਬਿੱਲ ਰੱਖਦੇ ਸਾਡੇ ਸਾਹਮਣੇ, ਬਿੱਲ ਰੱਖਦੇ ਨਹੀਂ ਪਏ, ਦੌੜਦੇ ਨੇ। ਦੈਟ ਮੀਨਸ ਇਟ ਵਾਸ ਅ ਫਾਰਸ, ਇਟ ਵਾਸ ਜਸਟ ਟੂ ਬੀਫੂਲ ਦ ਪੀਪਲ ਆਫ ਪੰਜਾਬ। ਔਰ ਕੇਜਰੀਵਾਲ ਦੇ ਡਬਲ ਸਟੈਂਡਰਡਸ ਇੱਕ ਥੋੜੋ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਨਹੀਂ ਛੱਡ ਰਿਹਾ ਹੈ ਜਾਣ ਕੇ। ਪੰਜਾਬ ਦੇ ਪਾਣੀ ਦੀ ਰਾਇਲਟੀ ਕਿਉਂ ਨਹੀਂ ਦਿੰਦਾ? ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ 3200 ਕਰੋੜ ਰੁਪਇਆ ਸਾਡਾ ਪਾਣੀ ਵਰਤਦੇ ਦੇ ਦਿਓ। ਹਿਮਾਚਲ ਨੂੰ ਦਿੰਦਾ 12 ਕਰੋੜ ਰੁਪਇਆ, ਉੱਥੇ 1000 ਰੁਪਇਆ, ਇੱਥੇ ਕਹਿੰਦਾ ਔਰਤਾਂ ਨੂੰ ਦੇਣਾ, ਉੱਥੇ ਦਿੰਦਾ ਨਹੀਂਗਾ। ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਗੱਲ ਕਹੀ ਹੈ, ਕਹਿੰਦੇ ਜਿਹੜੀ ਸੈਂਟੈਂਸ ਰਿਵਿਊ ਕਮੇਟੀ ਹੈਗੀ ਹੈ, ਮੈਂ ਉਹਨਾਂ ਨੂੰ ਕਿਹਾ ਕਿ ਜਲਦੀ ਡਿਸੀਜਨ ਲਵੋ, ਇਸ ਤੇ ਜੋ ਲੈਣਾ ਡਿਸੀਜਨ ਕਰਕੇ LG ਨੂੰ ਭੇਜ ਦਿਓ, ਇਸ ਤੇ ਦੇਰੀ ਨਾ ਕਰੋ। ਕਹਿੰਦੇ ਮੈਨੂੰ ਪਹਿਲੀ ਵਿਜ਼ਿਟ ਦੇ ਵਿੱਚ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਸੀ ਕਿ ਦਵਿੰਦਰਪਾਲ ਭੁੱਲਰ ਦੀ ਫਾਈਲ ਦਾ ਐਕਚੁਅਲ ਸਟੇਟਸ ਕੀ ਹੈ। ਦੇਖੋ, ਇਹ ਇੰਨੀ ਇੰਪੋਰਟੈਂਟ ਇਸ਼ੂ ਆ, ਸਾਰੇ ਪੰਜਾਬ 'ਚ ਹਾਹਾਕਾਰ ਵਿੱਚ, ਤੇ ਇਹਨੂੰ ਪਤਾ ਹੀ ਨਹੀਂਗਾ ਇਹ ਚੀਫ ਮਿਨਿਸਟਰ ਕਾਹਦਾ ਹੈਗਾ ਫॉर देन, ਐਂਡ ਹੀ ਨੋਜ਼ ਵੈਰੀ ਵੈਲ। ਇਹ ਬੰਦਾ ਨਾ ਜੀ ਬਹੁਤ ਕਲੇਵਰ ਲਾਇਰ ਆ। ਹੀ ਕੈਨ ਈਜ਼ੀਲੀ ਲਾਈ ਬਿਕੋਜ਼ ਇਹਦਾ ਆਪਣਾ ਫੇਸ ਬੜਾ ਇਨੋਸੈਂਟ ਬਣਾ ਲੈਂਦਾ। ਸਰ ਜੀ ਜੇ ਮੈਂ ਇਹਨੂੰ ਕੰਮ ਕੀਤਾ, ਮੈਂ ਜਾਣਦਾ ਨਾ। ਹੀ ਇਜ਼ ਅ ਵੈਰੀ ਬਿਗ ਡਿਕਟੇਟਰ ਐਂਡ ਅ ਲਾਇਰ ਟੂ ਦ ਕੋਰ। ਔਰ ਇਹ ਬੰਦਾ ਕਦੀ ਵੀ ਪੰਜਾਬ ਲਈ ਸੁਹਿਰਦ ਨਹੀਂਗਾ। ਇਹ ਪੰਜਾਬ ਦੇ ਪ੍ਰਤੀ ਕਦੀ ਵੀ ਇਮਾਨਦਾਰੀ ਨਹੀਂ ਰੱਖ ਸਕਦਾ। ਤੁਸੀਂ ਮੇਰੀ ਗੱਲ ਮੰਨਿਓ, ਜੇ ਕਿਸੇ ਵਜ੍ਹਾ ਨਾਲ ਕਦੀ ਕਿਤੇ ਬਣਨੀ ਹੈ ਨਹੀਂਗੀ, ਕਿਤੇ ਸਰਕਾਰ ਬਣ ਗਈ, ਭਗਵੰਤ ਡੰਮੀ ਹੋਊਗਾ। ਸਾਰੇ ਭਈਏ ਆਣ ਕੇ ਦਿੱਲੀੋਂ ਬਿਠਾ ਕੇ ਇੱਕ ਡਿਪਾਰਟਮੈਂਟ ਸਾਂਭਣਗੇ। ਤੁਸੀਂ ਇੰਟਰਸਟਿੰਗ ਗੱਲ ਯਾਦ ਕਰਾਤੀ। ਮੈਂ ਸੁਖਪਾਲ ਖਹਿਰਾ ਨੂੰ ਇਹ ਪੁੱਛਿਆ ਸੀਗਾ ਕਿ ਅਰਵਿੰਦ ਕੇਜਰੀਵਾਲ ਦੇ ਬਾਰੇ 'ਚ ਇਹ ਪਰਸੈਪਸ਼ਨ ਹੈ ਕਿ ਇੱਥੇ ਦਾ ਜਿਹੜਾ ਤੁਹਾਡਾ CM ਹੋ ਗਿਆ, ਜੇ ਸਰਕਾਰ ਬਣ ਗਈ ਤੇ CM ਤੁਹਾਡਾ ਰਬੜ ਸਟੈਂਪ ਹੋਏਗਾ, ਸਰਕਾਰ ਅਰਵਿੰਦ ਕੇਜਰੀਵਾਲ ਦਿੱਲੀ ਬੈਠ ਕੇ ਚਲਾਉਣਗੇ। ਕੇਜਰੀਵਾਲ ਕਹਿੰਦੇ ਸਰਕਾਰ ਪੰਜਾਬ ਦੇ ਪਿੰਡਾਂ 'ਚੋਂ ਚੱਲੇਗੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਪੰਜਾਬ ਦੀਆਂ ਟਿਕਟਾਂ ਵੰਡੀਆਂ, ਇਹਨਾਂ ਨੂੰ ਕਹੋ, ਭਗਵੰਤ ਮਾਨ ਕਹਿੰਦਾ ਮੈਂ 90% ਟਿਕਟਾਂ ਦਵਾਈਆਂ। ਉਹਨੂੰ ਕਹੇ ਮਾਤਾ ਦੇ ਸਿਰ ਤੇ ਨਾ ਹੱਥ ਰੱਖੀ ਦੁਬਾਰਾ, ਚੰਗਾ ਨਹੀਂ ਲੱਗਦਾ। ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇ ਕਿ ਤੂੰ ਟਿਕਟ ਦਵਾਈ ਕਿਸੇ ਬੰਦੇ ਨੂੰ। ਇਹਨੂੰ ਤਾਂ ਆਪ ਟਿਕਟ ਹੁਣ ਮਿਲੀ ਆ ਧੂਰੀ ਤੋਂ, ਇਹਨੂੰ ਪਤਾ ਨਹੀਂ ਸੀਗਾ ਕਿ ਲਹਿਰੇ ਤੋਂ ਲੜਨਾ ਕਿ ਧੂਰੀ ਤੋਂ ਲੜਨਾ ਕਿ ਕਿੱਥੋਂ ਲੜਨਾ ਵਾ। ਇਹ ਤਾਂ ਡੀ ਫੈਕਟੋ ਚੀਫ ਮਿਨਿਸਟਰ ਬਣਨਾ ਚਾਹੁੰਦਾ ਕੇਜਰੀਵਾਲ। ਤੁਸੀਂ ਦੱਸੋ ਮੈਨੂੰ, ਕੇਜਰੀਵਾਲ ਦੀ ਪਾਰਟੀ 'ਚ ਕੇਜਰੀਵਾਲ ਤੋਂ ਬਾਅਦ ਕੌਣ ਹੈ? ਜਸਟ ਟੈਲ ਮੀ, ਇਜ਼ ਰਾਘਵ ਚੱਡਾ ਇਹ ਲੀਡਰ? ਜਿਹੜੇ ਬੰਦੇ ਸੀ ਪ੍ਰਸ਼ਾਂਤ ਭੂਸ਼ਣ ਵਰਗੇ, ਜਿਹੜੇ ਬੰਦੇ ਸੀਗੇ ਕੁਮਾਰ ਵਿਸ਼ਵਾਸ ਬਾਰੇ, ਤੇ ਜਿਹੜੇ ਬੰਦਿਆਂ ਨੇ ਪਾਰਟੀ ਨੂੰ ਖੜਾ ਕੀਤਾ ਸੀਗਾ, ਉਹ ਤਾਂ ਸਾਰੇ ਕੱਢ ਕੇ ਇਹਨੇ ਬਾਹਰ ਮਾਰੇ ਨੇ। ਪਰ ਬਹੁਤ ਸਾਰੇ ਲੀਡਰ ਜੁਆਇਨ ਵੀ ਕੀਤੇ ਆ ਖਹਿਰਾ ਸਾਹਿਬ, ਕਾਂਗਰਸੀ ਬੜੇ ਸਾਰੇ ਜੁਆਇਨ ਕਰ ਗਏ, ਅਕਾਲੀ ਲੀਡਰ ਬੜੇ ਜੁਆਇਨ ਕਰਕੇ। ਉਹ ਕਹਿੰਦੇ ਵੀ ਸਾਡੇ 'ਚ ਇੰਟਰਸਟ ਬਹੁਤ ਆ ਲੋਕਾਂ ਨੂੰ। ਰੱਦੀ ਮਾਲ, ਭਲੱਥ ਦਾ ਰੱਦੀ ਮਾਲ ਲੈ ਕੇ ਗਏ ਨੇ। 5900 ਵੋਟ ਪਈ ਸੀ ਕਾਂਗਰਸ ਦੇ ਪਲੇਟਫਾਰਮ ਤੇ ਇਸੇ ਬੰਦੇ ਨੂੰ। ਇਹਨੂੰ ਰੱਦੀ ਕਿਹੜਾ ਹੋ ਸਕਦਾ ਦੱਸੋ? ਕਾਂਗਰਸ ਦੀ ਵੇਵ ਸੀ, 88 MLA ਬਣ ਰਹੇ ਸੀ, ਸਰਕਾਰ ਬਣ ਰਹੀ ਸੀ, ਤੇ ਬੰਦੇ ਨੂੰ 5900 ਵੋਟ ਪਈ। ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ। ਓਵਰਨਾਈਟ ਸਾਰੀਆਂ ਪਾਰਟੀਆਂ ਦਾ ਕੂੜਾ ਇਕੱਠਾ ਕਰਕੇ 60% ਇਹਨਾਂ ਦੇ ਉਮੀਦਵਾਰ ਜਿਹੜੇ ਦੂਜੀਆਂ ਪਾਰਟੀਆਂ ਦੇ ਰੱਦੀ ਕੈਂਡੀਡੇਟ ਨੇ। ਸੋ ਦੇਅਰਫੋਰ ਦੇयर ਇਜ਼ ਨਥਿੰਗ ਹੀ ਕੈਨ ਡੂ। ਇਹ ਸਾਰਾ ਫਾਰਸ ਆ। ਜੇ ਵਾਕਈ ਸਿੱਖ ਤੇ ਪੰਜਾਬ ਹਿਤੈਸ਼ੀ, ਇਹਨੂੰ ਕਿ ਪਹਿਲਾਂ ਮਿਨਿਸਟਰ ਬਣਾ ਦਿੱਲੀ ਦੇ ਵਿੱਚ ਆਪਣਾ, ਇੱਕ ਪੰਜਾਬ ਦਾ ਸਿੱਖ ਬਣਾ ਦੇ, ਦਲਿਤ ਬਣਾ ਦੇ, ਔਰਤ ਬਣਾ ਦੇ, ਬਣਾਵੇ ਤਾਂ ਸਹੀ। ਹੀ ਇਜ਼ ਅ ਵੈਰੀ ਕਲੇਵਰ ਮੈਨ। ਤੁਸੀਂ ਇੰਨੇ ਤਜਰਬੇਕਾਰ ਸਿਆਸਤਦਾਨ ਹੈਗੇ ਹੋ, ਜਿਵੇਂ CM ਫੇਸ ਨੂੰ ਲੈ ਕੇ ਚਰਚਾ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ CM ਫੇਸ ਲੈ ਕੇ ਆਉਣਾ ਚਾਹੀਦਾ ਹੈਗਾ? ਇਹਦਾ ਫਾਇਦਾ ਹੋਏਗਾ, ਨੁਕਸਾਨ ਹੋਏਗਾ, ਜਾਂ ਸੁਖਪਾਲ ਖਹਿਰਾ ਦੀ ਚੋਇਸ ਕੀ ਹੈ? ਚਲੋ, ਹੁਣ ਜੇ ਸਾਰੇ ਕਹਿ ਰਹੇ ਨੇ ਕਿ CM ਫੇਸ ਹੋਣਾ ਚਾਹੀਦਾ, ਤੇ ਹੋਣਾ ਚਾਹੀਦਾ ਵਾ। ਤੇ ਇਹ ਫੈਸਲਾ ਜਿਹੜਾ ਵਾ ਪਾਰਟੀ ਨੇ ਕਰਨਾ ਜੀ। ਮੈਂ ਕੌਣ ਆ ਕਰਨ ਵਾਲਾ? ਚੋਇਸ ਪੁੱਛੀ ਹੈ ਤੁਹਾਡੀ। ਮੇਰੇ ਲਈ ਸਾਰੇ ਬਹੁਤ ਸਤਿਕਾਰਯੋਗ। ਮੇਰੇ ਲਈ ਚੰਨੀ ਵੀ ਬਹੁਤ ਅੱਛਾ ਵਾ, ਮੇਰੇ ਲਈ ਨਵਜੋਤ ਸਿੱਧੂ ਬੜਾ ਅੱਛਾ, ਮੇਰੇ ਲਈ ਜਾਖੜ ਬੜਾ ਅੱਛਾ, ਮੇਰੇ ਲਈ ਹੋਰ ਦੱਸੋ ਕਿੰਨਿਆਂ ਦੇ ਨਾਮ ਲੈਣੇ ਨੇ। This has to be decided by the party leadership. Whatever they decide, I will and we will abide by it. ਆਖਰੀ ਇੱਕ ਦੋ ਸਵਾਲ। ਸੁਖਪਾਲ ਸਿੰਘ ਖਹਿਰਾ ਦਾ ਜੇਲ੍ਹ ਦੇ ਵਿੱਚ ਤਜਰਬਾ ਕਿਸ ਤਰ੍ਹਾਂ ਦਾ? 78 ਦਿਨ ਬਹੁਤ ਹੁੰਦੇ ਨੇ, ਤੁਸੀਂ ਕੱਟ ਦਿੱਤੇ ਜੇਲ੍ਹ ਦੇ ਵਿੱਚ, ਕਿਉਂਕਿ ਮੈਂਟਲੀ ਸਟੇਬਲ ਰੱਖਣਾ, ਤੁਸੀਂ ਵੱਡੇ ਲੀਡਰ ਹੈਗੇ ਹੋ, ਫਿਰ ਵੀ ਇੱਕ ਐਲੀਟ ਕਲਾਸ ਦੇ ਵਿੱਚ ਗਿਣੇ ਜਾਂਦੇ ਹੋ, ਜਾ ਕੇ ਜੇਲ੍ਹਾਂ ਦੇ ਵਿੱਚ ਰਹਿਣਾ ਔਖਾ ਕੰਮ ਹੁੰਦਾ। ਸਟੇਬਲ ਕਿਵੇਂ ਰੱਖਿਆ ਮੈਂਟਲੀ? ਇਹਨਾਂ ਇੱਕ ਬੜਾ ਇੱਕ ਅਲੱਗ ਐਕਸਪੀਰੀਅੰਸ ਸੀਗਾ। ਤੁਹਾਨੂੰ ਨਾ ਸਾਰੀ ਆਪਣੀ ਜ਼ਿੰਦਗੀ, ਜਿਹੜਾ ਆਪਾਂ ਬਾਹਰ ਭੱਜੇ ਫਿਰਦੇ ਕਮਲਿਆਂ ਦੇ ਵਾਂਗੂ, ਜਿਹੜੇ ਆਪਾਂ ਬਾਹਰ ਐਵੇਂ ਕਈ ਵਾਰੀ ਬਹੁਤ ਮੀਨਿੰਗਲੈਸ ਲੋਕ ਭਜਾਈ ਦੌੜਾਈ ਕਰ ਰਹੇ ਜ਼ਿੰਦਗੀ 'ਚ, ਉੱਥੇ ਤੁਸੀਂ ਜਾ ਕੇ ਇੱਕਦਮ ਲਾਈਫ ਸਲੋ ਕਰਕੇ ਰੁਕਦੀ ਹੈ। ਤੁਸੀਂ ਅੰਦਰ ਝਾਤ ਮਾਰ ਕੇ ਦੇਖ ਸਕਦੇ ਕਿ ਮੇਰੇ 'ਚ ਕੀ ਖਾਮੀਆਂ ਸੀ, ਵਾਟ ਕੈਨ ਆਈ ਇੰਪਰੂਵ, ਵਾਟ ਕੈਨ ਆਈ ਲਰਨ। ਔਰ ਮੈਂ ਜਿਹੜੇ 78 ਦਿਨ ਆ, ਮੈਂ ਇੱਕ ਦਿਨ ਵੀ ਵੇਸਟ ਨਹੀਂ ਕੀਤਾ। ਮੈਂ 2.5 ਘੰਟੇ ਤਾਂ ਪਹਿਲਾਂ ਐਕਸਰਸਾਈਜ਼ ਕਰਦਾ ਸੀ, 2.5 hours, ਆਈਵ ਲੋਸਟ 7 kgs of weight। ਫਿਰ ਮੈਂ ਪੜ੍ਹਦਾ ਸੀਗਾ ਆਲ ਦ ਕਰੰਟ ਇਸ਼ੂਜ਼,
ਫਿਰ ਮੈਂ ਜਿਹੜਾ ਕੀ ਪੜ੍ਹਦੇ ਸੀ ਨਿਊਜ਼ਪੇਪਰ? ਤੁਸੀਂ ਇੱਕ ਹੜਤਾਲ ਵੀ ਕੀਤੀ ਸੀ, ਮੈਂ ਉੱਤੇ ਵੀ ਗੱਲ ਕਰਨੀ ਹੈ। ਕਰੰਟ ਇਸ਼ੂਜ਼ ਹੜਤਾਲ ਤਾਂ ਮੈਂ ਇਸ ਲਈ ਕੀਤੀ ਸੀ ਉੱਥੇ ਤੁਸੀਂ ਪਹਿਲੇ ਇਹ ਦੱਸ ਦਿਓ ਕਰੰਟ ਇਸ਼ੂਜ਼ ਰੀਡਰਸ ਡਾਈਜੈਸਟ ਦਾ ਮੈਨੂੰ ਬਹੁਤ ਸ਼ੌਂਕ ਹੈ। ਦੇयर ਆਰ ਟੂ ਟਰੂ ਸਟੋਰੀਜ਼ ਵੈਰੀ ਮੋਟੀਵੇਟਿੰਗ ਸਟੋਰੀਜ਼ ਇਨ ਦੈਟ ਆਲ ਦ ਮੈਗਜ਼ੀਨਸ ਜਿਹੜੀਆਂ ਕਰੰਟ ਸੀਗੀਆਂ, ਕਿਉਂਕਿ ਆਈ ਥੌਟ ਕਿ ਮੇਰੀ ਬੇਲ ਪਤਾ ਨਹੀਂ ਕਿੱਦਣ ਹੋ ਜਾਣੀ ਹੈ, ਤਾਂ ਆਈ ਡਿਡ ਨਾਟ ਇਨੀਸ਼ੀਏਟ ਐਨੀ ਬੁੱਕ ਥਿੰਕਿੰਗ ਕਿ ਕੱਲ ਹੋ ਜਾਊਗਾ, ਹਫਤੇ ਬਾਅਦ ਹੋ ਜਾਊਗੀ, 10 ਦਿਨ ਬਾਅਦ ਹੋ ਜਾਊ, ਹੋਪ ਸਭ ਨੂੰ ਹੁੰਦੀ ਹੈ। ਤਾਂ ਮੈਨੂੰ ਕੋਈ ਜੇਲ੍ਹ ਜਾਣ ਦਾ ਮਲਾਲ ਨਹੀਂਗਾ। ਮੈਂ ਆਪਣੇ ਆਲੇ ਦੁਆਲੇ ਦੇਖਦਾ ਸੀ, ਮੇਰੇ ਲਾਗੇ ਬੈਰਕ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ 26 ਸਾਲ ਦਾ ਅੰਦਰ ਸੀਗਾ, ਤੇ ਮੈਂ 2 ਮਹੀਨੇ ਕੱਟ ਲਏ, ਤਾਂ ਕੀ ਹੋ ਗਿਆ 2.5 ਮਹੀਨੇ ਕੱਟ ਲਏ। ਗੱਲ ਹੋਈ ਬਲਵੰਤ ਸਿੰਘ ਰਾਜੋਆਣਾ ਨਾਲ ਕਿਤੇ? ਨਹੀਂ, ਮੈਨੂੰ ਕਿਸੇ ਨਾਲ ਉਹਨਾਂ ਨੇ ਇੰਟਰਮਿੰਗਲ ਨਹੀਂ ਕਰਨ ਦਿੱਤਾ। ਮੈਨੂੰ ਇੱਕ ਉਹਨਾਂ ਨੇ ਕੰਪਾਊਂਡ ਦਿੱਤਾ ਸੀਗਾ, ਉਸ ਹਾਤੇ ਦੇ ਵਿੱਚ ਹੀ ਰੱਖਦੇ ਸੀਗੇ, ਔਰ 5:30 ਲੌਕ ਕਰ ਦਿੰਦੇ ਸੀ, ਸਵੇਰੇ 6:30 ਖੋਲ ਦਿੰਦੇ ਸੀ। ਸੁਖਪਾਲ ਖਹਿਰਾ ਨੇ ਇੱਕ ਹੜਤਾਲ ਵੀ ਕੀਤੀ ਸੀ, ਬੜੀ ਚਰਚਾ ਹੋਈ ਕਿ ਸੁਖਪਾਲ ਖਹਿਰਾ ਸਟ੍ਰਾਈਕ ਤੇ ਬੈਠ ਗਏ ਅੰਦਰ। ਉਹ ਤਾਂ ਸੀਗੀ ਜੀ, ਉਦੋਂ ਮੈਂ ਰਿਮਾਂਡ ਤੇ ਸੀਗਾ, ਤੇ 19 ਸੈਕਟਰ ਦੇ ਪੁਲਿਸ ਸਟੇਸ਼ਨ 'ਚ ਨਾ ਇੱਕ ਕੋਈ ਸ਼ਾਮ ਨੂੰ ਸਬ ਇੰਸਪੈਕਟਰ ਆਇਆ, ਤੇ ਮੈਨੂੰ ਉਹਨਾਂ ਨੇ ਲੌਕਅਪ 'ਚ ਜਾਣਾ ਸੀਗਾ। ਉਹ ਮੈਨੂੰ ਕਹਿੰਦਾ ਸਰਦਾਰ ਸਾਹਿਬ ਕੜਾ ਉਤਾਰੋ। ਅੱਛਾ। ਮੈਂ ਕਿਹਾ ਤੁਹਾਨੂੰ ਪਤਾ ਨਹੀਂਗਾ ਕਿ ਇਹ ਸਾਡਾ ਧਾਰਮਿਕ ਚਿੰਨ੍ਹ ਹੈ? ਕਹਿੰਦਾ ਹੋਗਾ, ਉਤਾਰੋ ਇਸਕੋ। ਮੈਂ ਕਿਹਾ ਐਂ ਕਰ, ਤੂੰ ਲਾ ਲਾ ਯਾਰ ਲੱਤ। ਫਿਰ ਉਹ ਸਾਰੇ ਥਾਣੇ ਵਾਲੇ ਭੱਜ ਕੇ ਆਏ, ਉਹਨਾਂ ਨੇ ਉਹਨੂੰ ਕਮਲੇ ਨੂੰ ਕਿਹਾ ਕਿ ਕਮਲਾ ਵਾ ਤੂੰ ਸਾਡਾ ਇੱਥੇ ਪੇਚਾ ਪਵਾਉਣਾ। ਫਿਰ ਮੈਂ ਉਸ ਦਿਨ 2 ਦਿਨ ਖਾਣਾ ਨਹੀਂ ਖਾਦਾ। ਮੈਂ ਕਿਹਾ ਟੈਲ ਹਿਮ ਟੂ ਅਪੋਲੋਜਾਈਜ਼। ਫਿਰ ਉਹਨਾਂ ਨੇ ਅਲਟੀਮੇਟਲੀ ਅਪੋਲੋਜਾਈਜ਼ ਕੀਤਾ, ਦੈਨ ਆਈ ਹੈਡ ਮਾਈ ਫੂਡ। ਲਿਖਤੀ ਮਾਫੀ ਮੰਗੀ ਕਿ ਆ ਕੇ ਮੰਗ ਕੇ ਗਿਆ? ਉਹਦਾ ਜ਼ੁਬਾਨੀ ਕਲਾਮੀ, ਹੁਣ ਇਹ ਕਿਹੜਾ ਮੈਂ ਲਿਖਤੀ ਸ਼ਿਕਾਇਤ ਦਿੱਤੀ ਸੀਗੀ। ਸੋ ਇਟ ਜਸਟ ਦੈਟ ਦੇ ਫੈਲਟ, ਈਵਨ ਈਡੀ ਆਫਿਸਰਸ ਬਾਈ ਦ ਵੇ, ਜਿਹੜੇ ਚੰਡੀਗੜ੍ਹ ਦੇ ਆਫਿਸ ਵਿੱਚ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਵੱਲੋਂ ਅਸੀਂ ਸ਼ਰਮਿੰਦੇ ਹਾਂ, ਤੁਸੀਂ ਪਲੀਜ਼ ਖਾਣਾ ਖਾਓ। ਜਦੋਂ ਕਈ ਘੰਟੇ ਰਿਮਾਂਡ ਹੁੰਦਾ ਸੀਗਾ ਤੁਹਾਡਾ? ਖਾਣਾ ਖਾ ਕੇ ਮੈਂ ਬਹੁਤ ਫਿੱਟ ਰਿਹਾ ਵਾਂ, ਨਾ ਖਾ ਕੇ। ਕਹਿੰਦੇ ਘੱਟ ਖਾ ਕੇ ਜਿੰਨ ਬੰਦਾ ਬਿਮਾਰ ਨਹੀਂ ਹੁੰਦਾ, ਜ਼ਿਆਦਾ ਖਾ ਕੇ ਹੋ ਜਾਂਦਾ। ਨਹੀਂ, ਵਹਿਮ ਆ। ਆਪਾਂ ਨਾ ਪਲੇ ਪਲਾਏ ਦਰਖਤ ਹਾਂ। ਆਪਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਕੋਈ ਫੂਡ ਦੀ ਐਡੀ ਓਵਰ ਈਟਿੰਗ ਦੀ ਲੋੜ ਨਹੀਂ ਹੈਗੀ। ਵੀ ਹੈਵ ਟੂ ਬੀ ਈਟਿੰਗ ਵੈਰੀ ਕੇਅਰਫੁਲੀ। ਦਿਸ ਇਜ਼ ਵਨ ਆਫ ਦ ਥਿੰਗਸ ਦੈਟ ਆਈ ਲਰਨਡ ਇਨ ਜੇਲ। ਹਾਲਾਂਕਿ ਪਹਿਲਾਂ ਵੀ ਆਈ ਵਾਸ ਕੇਅਰਫੁਲ, ਮੈਂ ਐਕਸਰਸਾਈਜ਼ ਵਗੈਰਾ ਪਹਿਲਾਂ ਵੀ ਕਰਦਾ ਸੀਗਾ, ਬਟ ਉੱਥੇ ਐਂਪਲ ਟਾਈਮ ਸੀਗਾ। ਮੈਂ 2.5 ਘੰਟੇ ਬੈਡਮਿੰਟਨ ਖੇਡਦਾ ਸੀ, ਪੂਰੇ ਸਰ ਭਰ ਸਿਆਲ ਵਿੱਚ। ਆਈ ਵਾਸ ਸਵੈਟਿੰਗ ਫਰੋਮ ਟੌਪ ਟੂ ਬਾਟਮ, ਟੋਟਲ ਸਵੈਟਿੰਗ। ਮੈਂ ਥੱਲੇ ਨੂੰ ਜਾਂਦਾ ਸੀ, ਮੈਂ ਪੁਸ਼ ਅਪਸ ਵੀ ਕਰਦਾ ਸੀ, ਮੈਂ 100 ਪੁਸ਼ ਅਪਸ ਕਰ ਸਕਦਾ। ਤਾਂ ਵੈਨ ਆਈ ਯੂਜ਼ਡ ਟੂ ਡੂ ਪੁਸ਼ ਅਪਸ, ਮੇਰਾ ਪਾਣੀ ਜਿਹੜਾ ਸੀਨਾ ਸੀ ਉਹ ਚੋਂਦਾ ਹੁੰਦਾ ਸੀ। ਇਲੈਕਸ਼ਨ ਲਈ ਫਿੱਟ ਹੋ ਕੇ ਆਇਓ ਵੀ ਦੌੜ ਭੱਜ ਕਰਨੀ ਪੈਣੀ ਹੈ? ਫਿੱਟ ਮਤਲਬ ਪਤਾ ਕੀ ਹੈ, ਜੇਲ੍ਹ ਵਿੱਚ ਤੁਸੀਂ ਐਕਸਰਸਾਈਜ਼ ਕਰਦੇ, ਇਟ ਗਿਵਸ ਯੂ ਮੈਂਟਲ ਸੈਟੀਸਫੈਕਸ਼ਨ, ਇਟ ਗਿਵਸ ਯੂ ਮੈਂਟਲ ਹੈਪੀਨੈਸ। ਤੁਹਾਡੇ ਨਾਲ ਅੰਦਰ ਐਂਜ਼ਾਈਮਸ ਅੱਛੀਆਂ ਰਿਲੀਜ਼ ਹੁੰਦੀਆਂ ਜਦੋਂ ਤੁਸੀਂ ਐਕਸਰਸਾਈਜ਼ ਕਰਦੇ, ਤੁਹਾਨੂੰ ਖੁਸ਼ੀ ਦਿੰਦੀ ਨੇ। ਤਾਈਓ ਜਿਹੜੇ ਲੋਕ ਐਕਸਰਸਾਈਜ਼ ਕਰਦੇ ਨੇ ਉਹ ਛੇਤੀ ਦੇ ਕੇ ਡਿਪਰੈਸ ਨਹੀਂ ਹੁੰਦੇ। ਆਖਰੀ 2 ਸਵਾਲ। ਬੀਬੀ ਜਗੀਰ ਕੌਰ ਹੁਣਾਂ ਨੇ ਕਿਹਾ ਸੀਗਾ ਕਿ ਇਲੈਕਸ਼ਨ ਬੜਾ ਠੰਡਾ ਜਿਹਾ ਚੱਲ ਰਿਹਾ, ਕਿਉਂਕਿ ਇਹ ਸਾਰਾ ਪੰਜਾਬ ਜਾਣਦਾ ਕਿ ਬੀਬੀ ਜਗੀਰ ਕੌਰ ਜਾਂ ਸੁਖਪਾਲ ਸਿੰਘ ਖਹਿਰਾ ਜੇ ਆਮਨੇ ਸਾਹਮਣੇ ਇਲੈਕਸ਼ਨ ਲੜਦੇ ਆ, ਇਹ ਉਨੀ ਇੰਟਰਸਟਿੰਗ ਹੈ ਜਿੰਨੀ ਵਿਕਰਮ ਮਜੀਠੀਆ ਵਰਸਸ ਨਵਜੋਤ ਸਿੱਧੂ ਹੈਗੀ ਹੈ। ਪਤਾ ਕੀ ਸੀਗਾ, ਚਲੋ ਉਹਨਾਂ ਨੇ ਮੇਰੇ ਲਈ ਕਹਿੰਦੇ ਪਿੱਛੋਂ ਕਿਹਾ ਕਿ ਮੈਂ ਅਰਦਾਸ ਕੀਤੀ ਕੋ ਬਾਹਰ ਆ ਜਾਏ। ਚਲੋ ਮੈਂ ਉਹਨਾਂ ਦਾ ਧੰਨਵਾਦ ਕਰਦਾ। ਕਹਿੰਦੇ ਸੀ ਇਲੈਕਸ਼ਨ ਬੜੀ ਠੰਡੀ ਚੱਲਦੀ ਹੈ। ਆਈ ਐਮ ਕੁਆਇਟ ਸ਼ੋਰ ਕਿ ਅੱਜ ਦਾ ਉਹਨਾਂ ਨੂੰ ਸੇਕ ਲੱਗ ਜਾਣਾ, ਪਹੁੰਚ ਪਤਾ ਲੱਗ ਜੂਗਾ। ਅੰਮ੍ਰਿਤਸਰ ਦੇ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ? ਵਿਕਰਮ ਮਜੀਠੀਆ ਵਰਸਸ ਨਵਜੋਤ ਸਿੰਘ ਸਿੱਧੂ, ਓਨੈਸਟ ਐਨਾਲਿਸਿਸ ਦੱਸਿਓ। ਸਿੰਬੋਲਿਕ ਫਾਈਟ ਹੈ। ਮੈਨੂੰ ਇਹ ਲੱਗਦਾ ਕਿ ਮਜੀਠੀਆ ਨੂੰ 2 ਜਗ੍ਹਾ ਤੋਂ ਪੇਪਰ ਭਰਾਤੇ ਤੇ ਸੁਪਰੀਮ ਕੋਰਟ ਵਿੱਚ ਜਾ ਕੇ ਕਹਿਣਗੇ ਦੇਖੋ ਜੀ ਜੋ 2 ਜਗ੍ਹਾ ਸੇ ਇਲੈਕਸ਼ਨ ਲੜ ਰਹਾ ਹੈ ਇनको कम से कम इंटरिम बेल तो दे दो। ਉੱਥੇ ਫਾਈਟ ਥੋੜੋ ਕੋ ਹੈਗੀ। 16000 ਵੋਟ ਤਾਂ ਉਦੋਂ ਪਈ ਸੀ ਜਦੋਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਸੀਗੇ। ਸਿੱਧੂ ਨੂੰ ਪਈ 60-65000 ਵੋਟ। ਦੇयर इज नो फाइट देयर एट ऑल। ਆਖਰ ਦੇ ਵਿੱਚ ਜੋ ਮੈਸੇਜ ਤੁਸੀਂ ਆਪਣੀ ਕਨਸਟੀਟੂਐਂਸੀ ਦੇ ਲੋਕਾਂ ਨੂੰ ਜਾਂ ਜਿਹੜੇ ਇਸ ਵੇਲੇ ਇੰਟਰਵਿਊ ਦੇਖ ਰਹੇ ਆ ਦੇਣਾ ਚਾਹੋ? ਨਹੀਂ, ਬਸ ਮੈਂ ਤਾਂ ਆਪਣੇ ਮੇਰੇ ਇਲਾਕੇ ਦੇ ਲੋਕ ਮੈਨੂੰ ਪਮਿਲ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ। ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਤੁਹਾਡੇ ਹਕੂਕ ਲਈ ਲੜਿਆ ਵਾਂ। ਮੈਂ ਯੂਆਪਾ ਵਰਗੇ ਕਾਲੇ ਕਾਨੂੰਨਾਂ 'ਚੋਂ ਲੋਕਾਂ ਨੂੰ ਆਪਣੇ ਇਲਾਕੇ ਨੂੰ ਕਢਾਇਆ। ਮੈਂ ਬਲੈਕ ਲਿਸਟ ਵਿੱਚੋਂ ਲੋਕਾਂ ਨੂੰ ਡੀਲਿਸਟ ਕਰਾ ਕੇ ਅਮਰੀਕਾ 'ਚੋਂ ਆਪਣੇ ਪਿੰਡ ਲੈ ਕੇ ਆਇਆ ਵਾਂ। ਮੈਂ ਆਪਣੇ ਇਲਾਕੇ ਦੇ ਲੋਕਾਂ ਦਾ ਬਹੁਤ ਜਿੰਨਾ ਵੀ ਪੈਰਵਾਈ ਕਰ ਸਕਦਾ ਸੀ ਕੀਤਾ ਵਾ। ਔਰ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਇਹ ਇਨਸਾਫ ਤੇ ਜ਼ੁਲਮ ਦੀ ਲੜਾਈ ਹੈ। ਜੇ ਮੈਨੂੰ ਵੋਟਾਂ ਪਾਉਣਗੇ ਤਾਂ ਈਡੀ ਤੇ ਬੀਜੇਪੀ ਦੇ ਮੂੰਹ ਤੇ ਚਪੇੜ ਵੱਜੇਗੀ, ਤੇ ਜੇ ਉਹ ਜ਼ੁਲਮ ਨੂੰ ਵੋਟਾਂ ਪਾਉਣਗੇ ਤੇ ਕੱਲ ਨੂੰ ਮੇਰੇ ਖਿਲਾਫ ਪਰਚਾ ਦਰਜ ਹੋਇਆ, ਕੱਲ ਨੂੰ ਹੋਰ ਬੇਗੁਨਾਹ ਲੋਕਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਅੰਦਰ ਦਿੱਤਾ ਜਾਵੇ। ਇਹ ਮੇਰਾ ਸੁਣਿਆ ਅੰਕੜਾ। ਕਿਤੇ ਸੁਖਪਾਲ ਸਿੰਘ ਖਹਿਰਾ ਦੀ ਇਮੇਜ ਡੈਮੇਜ ਤੇ ਨਹੀਂ ਹੋਈ? ਕਿਉਂਕਿ ਪਰਸੈਪਸ਼ਨ ਬਣਦੀ ਹੈ ਇਲੈਕਸ਼ਨਸ ਦੇ ਵਿੱਚ। ਤੁਹਾਨੂੰ ਲੱਗਦਾ ਕਿ ਜੇਲ੍ਹ ਕੱਟ ਕੇ ਆਉਣਾ, ਈਡੀ ਦੇ ਵਿੱਚ ਜਾਣਾ, ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਆਉਣਾ ਕਿਤੇ ਡੈਮੇਜ ਕਰ ਸਕਦਾ? ਆਈ ਥਿੰਕ ਮੇਰੇ ਪਿਤਾ ਜੀ ਨੇ ਮੇਰੇ ਤੋਂ ਬਹੁਤ ਕਈ ਗੁਣਾ ਜ਼ਿਆਦਾ ਜੇਲ੍ਹਾਂ ਕੱਟੀਆਂ ਸੀ। ਸਾਡੇ ਲਈ ਕੋਈ ਨਵੀਂ ਗੱਲ ਨਹੀਂ। ਮੇਰੇ ਇਲਾਕੇ ਦੇ ਲੋਕਾਂ ਨੂੰ ਪਤਾ ਵਾ ਕਿ ਬੇਗੁਨਾਹ ਸੀਗਾ। ਇਨਫੈਕਟ ਮੇਰੀ ਇਸ ਜਿਹੜੀ ਜੇਲ੍ਹ ਮੈਨੂੰ ਮੇਰੇ ਵਿਰੋਧੀਆਂ ਨੇ ਅੰਦਰ ਕੀਤਾ, ਇਹਨੇ ਮੈਨੂੰ ਪੋਲੀਟੀਕਲੀ ਫਾਇਦਾ ਦਿੱਤਾ। ਬਹੁਤ ਧੰਨਵਾਦ ਖਹਿਰਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸ ਸੁਖਪਾਲ ਸਿੰਘ ਖਹਿਰਾ 78 ਦਿਨਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਹਲਕੇ ਦੇ ਵਿੱਚ ਪਹੁੰਚੇ ਨੇ। ਭੁਲੱਥ ਦੇ ਵਿੱਚ ਦੌਰਾ ਕੀਤਾ ਉਹਨਾਂ ਨੇ। ਹਾਲਾਂਕਿ ਉਹਨਾਂ ਦੇ ਸਮਰਥਕਾਂ ਵੱਲੋਂ ਜ਼ਬਰਦਸਤ ਸਵਾਗਤ ਕੀਤਾ ਗਿਆ ਹੈ। ਆਸਵੰਦ ਨੇ ਕਿ ਇਲੈਕਸ਼ਨ ਜਿੱਤਣਗੇ। ਕਹਿੰਦੇ ਕਿ ਇਸ ਜੇਲ੍ਹ ਤੋਂ ਬਾਅਦ, ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਪੋਲੀਟੀਕਲੀ ਫਾਇਦਾ ਹੀ ਹੋਇਆ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਪਾਟਿਆ, ਦੈਨਿਕ ਸਵੇਰਾ, ਭੁਲੱਥ।